3 ਘੰਟਿਆਂ ਦੇ ਸਫ਼ਰ ਮਗਰੋਂ ਜਦੋਂ ਸਾਡੀਆਂ ਅੱਖਾਂ ਖੋਲ੍ਹੀਆਂ ਤੇ ਅਸੀਂ ਦੇਖਿਆ ਕਿ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦਾ ਗੇਟ ਸੀਗਾ। ਤੇ ਜਿਹੜਾ ਉਦੋਂ ਇਹ ਵੀ ਗੱਲ ਹੁੰਦਾ ਸੀ ਵੀ ਯਾਰ ਅਸੀਂ ਕਵਿਤਾ ਲਿਖ ਦਿੱਤੀ ਤੇ ਕਵਿਤਾ ਨੇ ਇਨਕਲਾਬ ਲੈ ਆਂਗੇ, ਪਰ ਇਹ ਵੀ ਗੱਲ ਗਲਤ ਸੀਗੀ। ਕਵਿਤਾ ਕਦੀ ਇਨਕਲਾਬ ਨਹੀਂ ਲਿਆਉਂਦੀ, ਕਵਿਤਾ ਲੋਕਾਂ ਨੂੰ ਚੇਤਨ ਜ਼ਰੂਰ ਕਰਦੀ ਹੈਗੀ। ਤੇ ਕੋਈ ਸਕਿੱਲ ਤਾਂ ਸਾਡੇ ਕੋਲ ਹੈ ਨਹੀਂ ਸੀ, ਸੋ ਘਟੀਆਂ ਤੋਂ ਘਟੀਆਂ ਜੋਬਾਂ ਵੀ ਕੀਤੀਆਂ ਤੇ ਪਰ ਇੰਨਾ ਜ਼ਰੂਰ ਰੱਖਿਆ ਕਿ ਅਸੀਂ ਲਿਟਰੇਚਰ ਦੇ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕੀਤੀ। ਕਵਿਤਾ ਨਾਲ ਮੇਰਾ ਵਾਹ ਉਹਨਾਂ ਦਿਨਾਂ 'ਚ ਪਿਆ ਜਦੋਂ 70ਵਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇਗਾ, ਕਿ ਬਹੁਤ ਚਰਮ ਸੀਮਾ 'ਤੇ ਆਪਣੀਆਂ ਸਰਗਰਮੀਆਂ ਕਰਦੀ ਸੀ। 1972 ਵਿੱਚ ਮੋਗੇ ਵਿੱਚ ਵਿਦਿਆਰਥੀਆਂ ਉੱਪਰ ਉਸ ਸਮੇਂ ਦੀ ਸਰਕਾਰ ਨੇ ਜਾਂ ਉਸ ਸਮੇਂ ਦੀ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 2-3 ਵਿਦਿਆਰਥੀਆਂ ਨੂੰ ਮੌਕੇ 'ਤੇ ਸ਼ਹੀਦ ਕੀਤਾ ਤੇ ਬਾਕੀ ਵਿਦਿਆਰਥੀਆਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖਮੀ ਕੀਤਾ। ਉਹਨਾਂ ਦਿਨਾਂ 'ਚ ਮੈਂ ਅਜੇ ਰਾਮਗੜ੍ਹੀਆ ਕਾਲਜ ਫਗਵਾੜੇ ਵਿੱਚ ਪ੍ਰੈਪ ਦਾ ਵਿਦਿਆਰਥੀ ਸੀ, ਪਹਿਲੇ ਸਾਲ ਦਾਖਲਾ ਲਿਆ ਸੀ। ਤੇ ਉਸ ਗੋਲੀ ਕਾਂਡ ਤੋਂ ਬਾਅਦ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ 'ਚ ਸਾਰੇ ਕਾਲਜਾਂ ਵਿੱਚ ਸਟੂਡੈਂਟ ਯੂਨੀਅਨ ਦੀ ਸਰਗਰਮੀਆਂ ਦੇ ਨਾਲ ਸਰਕਾਰ ਦਾ ਬਹੁਤ ਤਕੜਾ ਵਿਰੋਧ ਕੀਤਾ ਗਿਆ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਸ ਸਮੇਂ ਜੈਲ ਸਿੰਘ ਦੀ ਸਰਕਾਰ ਸੀ। ਵਿਦਿਆਰਥੀਆਂ ਦੀ ਇੰਨੀ ਤਕੜੀ ਮੂਵਮੈਂਟ ਉਹਨਾਂ ਦੇ ਪੈਰਲਲ ਬਣ ਗਈ ਕਿ ਉਸ ਨੂੰ ਆਪਾਂ ਇੱਕ ਪੈਰਲਲ ਗੌਰਮੈਂਟ ਦਾ ਨਾਮ ਵੀ ਦੇ ਸਕਦੇ ਹਾਂ। ਉਹਨਾਂ ਦਿਨਾਂ ਵਿੱਚ ਹੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਬੱਸ ਕਿਰਾਇਆ ਦਾ ਘੋਲ ਲੜਿਆ। ਬੱਸਾਂ ਵਿੱਚ ਸਟੂਡੈਂਟਸ ਨੂੰ ਬੱਸ ਪਾਸ ਦਵਾਏ ਗਏ, ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਅਤੇ ਗੌਰਮੈਂਟ ਦੇ ਬੱਸਾਂ ਵਿੱਚ ਵੀ। ਉਸ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਜੋ ਬਦਸਲੂਕੀ ਕੀਤੀ ਜਾਂਦੀ ਸੀ, ਖਾਸ ਕਰਕੇ ਫੀਮੇਲ ਵਿਦਿਆਰਥੀਆਂ ਦੇ ਨਾਲ, ਜੋ ਕੰਡਕਟਰ ਜਾਂ ਉੱਥੋਂ ਦੀ ਪ੍ਰਾਈਵੇਟ ਬੱਸਾਂ ਦੇ ਮਾਲਕ ਕਰਦੇ ਸੀ, ਬਹੁਤ ਹੀ ਮਾੜੀ ਹਾਲਤ ਵਿੱਚ ਹੁੰਦੇ ਸੀ। ਫਿਰ ਫੀਸਾਂ ਦੇ ਘਟਾਉਣ ਦੀ ਗੱਲ, ਗਰੀਬ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਐਵੇਂ ਤੱਕ ਕਰਾਉਣ ਲਈ ਸਟੂਡੈਂਟ ਯੂਨੀਅਨ ਨੇ ਘੋਲ ਲੜਿਆ ਤੇ ਗੱਲ ਇੱਥੋਂ ਤੱਕ ਮੰਨੀ ਗਈ ਕਿ ਸਾਨੂੰ ਤੁਸੀਂ ਲਿਸਟਾਂ ਬਣਾ ਕੇ ਦਿਓ ਕਿਹੜੇ ਕਾਲਜ ਵਿੱਚ ਆਪਣੇ ਵਿਦਿਆਰਥੀ ਜਿਹੜੇ ਆ ਫੀਸਾਂ ਨਹੀਂ ਦੇ ਸਕਦੇ। ਉਹਨਾਂ ਸਾਰੇ ਕਾਲਜਾਂ 'ਚੋਂ ਅਸੀਂ ਉਹਨਾਂ ਵਿਦਿਆਰਥੀਆਂ ਦੇ ਕਿਸੇ ਵਿੱਚ 100, ਕਿਸੇ ਵਿੱਚ 50, ਕਿਸੇ ਵਿੱਚ ਈਵਨ 200 ਤੱਕ ਗਿਣਤੀ ਵੀ ਪਹੁੰਚ ਗਈ, ਜਿਨ੍ਹਾਂ ਦੀ ਅਸੀਂ MA ਤੱਕ ਦੀ ਪੜ੍ਹਾਈ ਦਾ ਉਹਨਾਂ ਨੂੰ ਕੋਈ ਖਰਚ ਨਹੀਂ ਹੋਣ ਦਿੱਤਾ। ਅਤੇ ਸਾਰੇ ਉਹ ਆਪਣੇ ਇਹ ਯੂਨੀਅਨ ਦੇ ਵਿਦਿਆਰਥੀ ਯੂਨੀਅਨ ਦੀ ਹੀ ਬਹੁਤ ਵੱਡੀ ਦੇਣ ਸੀ। ਵਿਦਿਆਰਥੀਆਂ ਦਾ ਏਕਾ ਸੀ, ਜਿਸ ਦੇ ਕਰਕੇ ਸਰਕਾਰਾਂ ਨੂੰ ਅਤੇ ਪ੍ਰਾਈਵੇਟ ਕਾਲਜਾਂ ਦੀਆਂ ਮੈਨੇਜਮੈਂਟਾਂ ਨੂੰ ਵਿਦਿਆਰਥੀਆਂ ਅੱਗੇ ਝੁਕਣਾ ਪਿਆ। ਉਹਨਾਂ ਦਿਨਾਂ 'ਚ ਪਹਿਲੀ ਵਾਰੀ ਸਾਨੂੰ ਵੀ ਗ੍ਰਿਫਤਾਰ ਕੀਤਾ ਗਿਆ। ਕੁਝ ਦਿਨ ਥਾਣੇ ਰੱਖਣ ਤੋਂ ਬਾਅਦ, ਪੁੱਛਗਿੱਛ ਤੋਂ ਬਾਅਦ ਵਾਪਸ ਘਰਾਂ ਨੂੰ ਤੋਰ ਦਿੱਤਾ। ਪਰ 1974 ਵਿੱਚ ਇੱਕ ਹੋਰ ਐਜੀਟੇਸ਼ਨ ਚੱਲੀ, ਉਹ ਸੀ ਪੰਜਾਬ ਐਗਰੀਕਲਚਰਲ ਇੰਸਪੈਕਟਰ ਯੂਨੀਅਨ ਦੀ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਸੀ ਅਤੇ ਸਾਰੀਆਂ ਭਰਾਤਰੀ ਜਥੇਬੰਦੀਆਂ, ਉਹ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ, ਉਹ ਵੀ ਉਹਨਾਂ ਦੀ ਪਿੱਠ 'ਤੇ ਆ ਖੜੀ ਹੋਈ ਅਤੇ ਉਹਨਾਂ ਨੇ ਵੀ ਉਹਨਾਂ ਦੇ ਹੱਕ ਵਿੱਚ ਸੰਘਰਸ਼ ਦਾ ਵਿਗਲ ਵਜਾ ਦਿੱਤਾ। ਇਹ ਮੇਰੇ ਖਿਆਲ ਗੱਲ 1974 ਦੀ ਜਨਵਰੀ ਜਾਂ ਫਰਵਰੀ ਦੀ ਗੱਲ ਹੈਗੀ ਆ। ਅਤੇ ਅਸੀਂ ਵੀ ਆਪਣੇ ਕਾਲਜ ਵਿੱਚ ਹੜਤਾਲ ਕੀਤੀ। ਅਜੇ ਮੈਂ 5-7 ਮਿੰਟ ਹੀ ਬੋਲਿਆ ਹੋਊਗਾ ਬਾਹਰਲੀ ਕੰਧ 'ਤੇ ਖੜ੍ਹ ਕੇ ਕਿ ਪੁਲਿਸ ਦੀਆਂ ਵੱਡੀਆਂ ਤਾੜਾਂ ਆ ਗਈਆਂ ਅਤੇ ਸਾਨੂੰ 7-8 ਵਿਦਿਆਰਥੀਆਂ ਨੂੰ, ਉਸ ਕਾਲਜਾਂ ਨੂੰ ਅਤੇ ਤਕਰੀਬਨ ਇੰਨੀ ਹੀ ਗਿਣਤੀ ਵਿੱਚ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਗ੍ਰਿਫਤਾਰ ਕਰਕੇ ਸਿੱਧਾ ਹੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਕੋਈ 7-8 ਮਹੀਨੇ ਰੱਖਣ ਤੋਂ ਬਾਅਦ ਸਾਨੂੰ ਫਿਰ ਰਿਹਾ ਕੀਤਾ। ਪਰ ਗੱਲ ਇਹ ਹੋਈ ਕਿ ਅਸੀਂ ਉਸ ਸਾਲ ਆਪਣੇ ਐਗਜ਼ਾਮੀਨੇਸ਼ਨ ਦੇ ਫਾਰਮ ਨਹੀਂ ਭਰ ਸਕੇ। ਨਾ ਸਾਨੂੰ ਬਾਹਰ ਆਉਣ ਦਿੱਤਾ ਜਾਂਦਾ ਸੀ ਅਤੇ ਨਾ ਸਾਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਐਗਜ਼ਾਮ 'ਚ ਬਹਿ ਸਕਦੇ ਹਾਂ। ਉਹ ਸਾਲ ਮੇਰਾ ਖਰਾਬ ਹੋਇਆ। ਮੇਰੇ ਕੋਲ ਉਦੋਂ BA ਪਾਰਟ ਸੈਕੰਡ ਜਾਂ BA ਪਾਰਟ ਸੈਕੰਡ ਸੀ ਮੈਂ ਉਦੋਂ। ਅਤੇ ਛੇਤੀ ਹੀ ਬਾਅਦ, ਥੋੜ੍ਹੇ ਕੁਝ ਮਹੀਨਿਆਂ ਬਾਅਦ, ਜੂਨ 1975 ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ। ਐਮਰਜੈਂਸੀ ਡਿਕਲੇਅਰ ਕਰਨ ਦੇ ਨਾਲ ਤਾਂ ਫਿਰ ਤਾਂ ਹਨੇਰ ਹੀ ਪੈ ਗਿਆ ਸੀ। ਜਿੰਨੇ ਵੀ ਵਿਰੋਧੀ ਪਾਰਟੀਆਂ ਦੇ ਲੀਡਰ, ਉਹਨਾਂ ਦੇ ਹੇਠਲੀ ਪੱਧਰ ਦੇ ਲੀਡਰ, ਈਵਨ ਛੋਟੇ ਦੁਕਾਨਦਾਰ ਵੀ, ਜਿਹੜਾ ਵੀ ਉਸ ਐਮਰਜੈਂਸੀ ਦੇ ਖਿਲਾਫ ਵਿਰੋਧ ਕਰਦਾ ਸੀ, ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਇੰਨੇ ਤੁੰਨੇ ਗਏ ਕਿ ਜੇਲ੍ਹਾਂ ਵਿੱਚ ਬੰਦਿਆਂ ਰੱਖਣ ਦੀ ਜਗ੍ਹਾ ਨਹੀਂ ਸੀ ਰਹਿ ਗਈ। ਅਸੀਂ ਕੁਝ ਸਮੇਂ ਲਈ, ਸਾਡੀ ਸਟੇਟ ਕਮੇਟੀ ਜਿਹੜੀ ਸੀ ਪੰਜਾਬ ਸਟੂਡੈਂਟ ਯੂਨੀਅਨ ਦੀ, ਸਾਰੀ ਦੀ ਸਾਰੀ ਅੰਡਰਗਰਾਊਂਡ ਚੱਲ ਗਈ ਤਾਂ ਕਿ ਫੜਿਆ ਨਾ ਜਾ ਸਕੇ ਅਤੇ ਲੋਕ ਆਪਣੀਆਂ ਸਰਗਰਮੀਆਂ ਗੁਰੀਲੇ ਢੰਗ ਦੇ ਨਾਲ ਕਰਦੇ ਰਹੀਏ। ਪਰ ਉਹਨਾਂ ਦਿਨਾਂ 'ਚ ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਨੇ ਇੱਕ ਫਰਮਾਨ ਜਾਰੀ ਕੀਤਾ, ਜਿਹਦੇ ਵਿੱਚ ਉਹਨਾਂ ਨੇ 52 ਵਿਦਿਆਰਥੀਆਂ ਦੀ ਇੱਕ ਲਿਸਟ ਤਿਆਰ ਕੀਤੀ ਪੂਰੇ ਪੰਜਾਬ ਦੇ ਵਿੱਚੋਂ,
ਉਹਨਾਂ 52 ਵਿਦਿਆਰਥੀਆਂ 'ਚ ਮੇਰਾ ਵੀ ਨਾਂ ਸੀ। ਪ੍ਰਿਥੀਪਾਲ ਸਿੰਘ ਰੰਧਾਵਾ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇ, ਉਹ ਵੀ ਸੀ। ਬਿੱਕਰ ਸਿੰਘ ਕੰਮਿਆਣਾ, ਜਸਜੀਤ ਖਹਿਰਾ, ਕਮਲਜੀਤ ਵਿਰਕ, ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਬਾਅਦ ਵਿੱਚ ਅਕਾਲੀ ਦਲ ਨਾਲ ਰਲ ਗਿਆ, ਬਲਜੀਤ ਬੱਲੀ ਹੁਣੀ, ਮਤਲਬ ਬਹੁਤ ਸਾਰੇ ਇਹੋ ਜਿਹੇ ਸੀਗੇ ਵਿਦਿਆਰਥੀ ਜਿਨ੍ਹਾਂ ਨੂੰ ਬਲੈਕ ਲਿਸਟ ਕਰਾਰ ਦੇ ਕੇ ਉਹਨਾਂ ਨੇ ਇਹ ਕਹਿਤਾ ਵੀ ਇਹਨਾਂ ਨੂੰ ਕਿਸੇ ਵੀ ਕਾਲਜ ਯੂਨੀਵਰਸਿਟੀ ਵਿੱਚ ਐਡਮਿਸ਼ਨ ਨਹੀਂ ਦਿੱਤਾ ਜਾਊਗਾ। ਸੋ ਪਹਿਲਾਂ ਸਾਡਾ 74 ਦਾ ਸਾਲ ਖਰਾਬ ਹੋਇਆ, ਫਿਰ 75, 76, 77, 78 ਦਾ, ਮਤਲਬ 5 ਸਾਲ ਅਸੀਂ ਪੜ੍ਹਾਈ 'ਚ ਪਛੜ ਗਏ, ਕਿਉਂਕਿ ਫਰਵਰੀ 1976 ਵਿੱਚ ਸਾਨੂੰ ਵੀ ਕਿਸੇ ਸਾਡੇ ਵਿੱਚੋਂ ਹੀ ਇੱਕ ਬੰਦੇ ਨੇ ਗ੍ਰਿਫਤਾਰ ਕਰਵਾਇਆ, ਅਤੇ ਅਸੀਂ ਫਿਰ ਇੰਟੈਰੋਗੇਸ਼ਨ ਸੈਂਟਰ ਵਿੱਚ ਗਏ ਅੰਮ੍ਰਿਤਸਰ ਦੇ, ਜਿਹੜਾ ਕਿ ਸਮਗਲਰਾਂ ਵਾਸਤੇ ਬਣਾਇਆ ਜਾਂਦਾ ਸੀ ਔਰ ਬੇਤਹਾਸ਼ਾ ਤਸ਼ੱਦਦ ਉੱਥੇ ਕੀਤਾ ਜਾਂਦਾ ਸੀਗਾ। ਗੱਲ ਇਸ ਤਰ੍ਹਾਂ ਹੋਈ, ਅਸੀਂ ਜਲੰਧਰ ਜਦੋਂ ਮਿਲਦੇ ਹੁੰਦੇ ਸੀ, ਅੰਡਰਗਰਾਊਂਡ ਰਹਿੰਦੇ ਹੋਏ ਪਬਲਿਕ ਥਾਵਾਂ 'ਤੇ ਮਿਲਦੇ ਹੁੰਦੇ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਜਲੰਧਰ ਦਾ ਨਰਿੰਦਰ ਸਿਨੇਮਾ ਜਿਹੜਾ ਬੱਸ ਅੱਡੇ ਦੇ ਨਾਲ ਹੁੰਦਾ ਸੀ, ਬਿਲਕੁਲ ਉਜਾੜ ਹੁੰਦੀ ਸੀ ਉਸ ਦੁਆਲੇ, ਅਤੇ ਫਿਲਮ ਟਾਈਮ ਦੇ ਸ਼ੁਰੂ ਹੋਣ ਦੇ ਨਾਲ ਅਸੀਂ ਉੱਥੇ ਮਿਲਣਾ ਸੀ ਤਾਂ ਕਿ ਲੋਕਾਂ ਨੂੰ ਸ਼ੱਕ ਨਾ ਪਵੇ ਕਿ ਬੰਦੇ ਫਿਲਮ ਦੇਖਣ ਆਏ ਆ ਜਾਂ ਕੋਈ ਉੱਦਾਂ ਬੰਦੇ ਸਰਗਰਮੀਆਂ ਕਰਦੇ ਆਏ। ਪਰ ਅੱਖਾਂ ਦੇ ਫੋਰ ਵਿੱਚ ਹੀ ਉੱਥੋਂ ਮਤਲਬ ਕੋਈ 100 ਦੇ ਕਰੀਬ ਸਿਵਲ ਵਰਦੀ ਵਿੱਚ ਬੰਦਿਆਂ ਨੇ ਸਾਨੂੰ ਘੇਰਾ ਪਾ ਲਿਆ, ਅਤੇ ਲੋਕਾਂ ਦੇ ਪੁੱਛਣ 'ਤੇ ਉਹਨੂੰ ਕਿਹਾ ਵੀ ਕਿਉਂ ਤੁਸੀਂ ਇਹਨਾਂ ਨੂੰ ਫੜਿਆ? ਉਹ ਕਹਿੰਦੇ ਜੀ ਇਹ ਜੇਬ ਕੁਤਰੇ ਆ। ਅਤੇ ਜਦੋਂ ਕਿਹਾ ਜੇਬ ਕੁਤਰੇ ਆ, ਲੋਕੀ ਪਿੱਛੇ ਹਟ ਗਏ। ਅਸੀਂ ਨਾਅਰੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਮੂੰਹ ਬੰਦ ਕਰਕੇ ਦਵਾ ਦਵ ਉਹਨੇ ਪਹਿਲਾਂ ਹੀ ਪਲਾਨ ਸੀ, ਨਾਲੇ ਉਹ ਗੱਡੀਆਂ ਖੜੀਆਂ ਸੀ ਤਾਂ ਲੈ ਗਏ ਸਾਨੂੰ। ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਅਸੀਂ ਬਿਲੋਂਗ ਕਰਦੇ ਸੀ ਉਹਨਾਂ ਜ਼ਿਲ੍ਹੇ ਵਿੱਚ ਸਪਲਿਟ ਕਰਕੇ CIA ਸਟਾਫ ਦੇ ਹਵਾਲੇ ਕਰ ਦਿੱਤਾ ਗਿਆ। 2 ਦਿਨ ਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਡੀਆਂ ਅੱਖਾਂ ਬੰਨ੍ਹ ਕੇ ਗੱਡੀ 'ਚ ਬਿਠਾ ਲਿਆ। ਉਹਨਾਂ ਦਿਨਾਂ ਵਿੱਚ ਪੁਲਿਸ ਮੁਕਾਬਲਿਆਂ ਦੀ ਜਿਹੜੇ ਝੂਠੇ ਇਨਕਾਊਂਟਰ ਹੁੰਦੇ ਸੀਗੇ, ਆਮ ਗੱਲ ਸੀ। ਪੁਲਿਸ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਸੀ, ਨਾ ਉਹ ਮੀਡੀਆ ਹੁੰਦਾ ਸੀ ਇਸ ਤਰ੍ਹਾਂ ਦਾ, ਨਾ ਅਖਬਾਰਾਂ ਵਾਲੇ, ਸਿਰਫ 2-3 ਅਖਬਾਰਾਂ ਵਾਲੇ ਹੁੰਦੇ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦਾ ਵੀ ਕੀ ਹੋਣਾ ਕੀ ਨਹੀਂ ਹੋਣਾ, ਅਤੇ ਸਾਨੂੰ ਸਮਝ ਲੱਗੇ ਵੀ ਜਿਹੜੀਆਂ ਸਾਡੀਆਂ ਅੱਖਾਂ ਬੰਨ੍ਹ ਕੇ ਸਾਨੂੰ ਬਿਠਾ ਲਿਆ ਗਿਆ, ਕਿਸੇ ਉਜਾੜ ਥਾਂ ਵਿੱਚ ਲਿਜਾ ਕੇ ਸਾਡਾ ਜਿਹੜਾ ਮੁਕਾਬਲਾ ਬਣਾ ਦਿੱਤਾ ਜਾਊਗਾ। ਪਰ ਅਸੀਂ ਉਹਨਾਂ ਦਿਨਾਂ 'ਚ ਜੋਸ਼ ਹੀ ਇੰਨਾ ਹੁੰਦਾ ਸੀ ਅਤੇ ਬਿਲਕੁਲ ਤਿਆਰ ਬੈਠੇ ਸੀਗੇ ਸਾਰੀਆਂ ਗੱਲਾਂ ਲਈ। 3 ਘੰਟਿਆਂ ਦੇ ਸਫ਼ਰ ਮਗਰੋਂ ਜਦੋਂ ਸਾਡੀਆਂ ਅੱਖਾਂ ਖੋਲ੍ਹੀਆਂ ਅਤੇ ਅਸੀਂ ਦੇਖਿਆ ਕਿ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦਾ ਗੇਟ ਸੀਗਾ, ਫਿਰ ਸਾਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਵੀ ਸ਼ਾਇਦ ਹੁਣ ਕੋਈ ਬਚਾਅ ਹੋ ਗਿਆ। ਇੱਕ ਗੱਲ ਹੋਰ ਚੰਗੀ ਹੋਈ ਕਿ ਉੱਥੇ ਸਾਡੀ ਯੂਨੀਅਨ ਦਾ ਜੰਡਿਆਲਾ ਕਾਲਜ ਤੋਂ ਇੱਕ ਵਿਦਿਆਰਥੀ ਫਿਲਮ ਦੇਖਣ ਆਇਆ ਹੋਇਆ ਸੀ। ਉਹਨੇ ਦੂਸਰੇ ਦਿਨ ਅਖਬਾਰ ਵਿੱਚ ਜਾ ਕੇ ਅਜੀਤ ਅਖਬਾਰ ਦੇ ਦਫ਼ਤਰ ਗਿਆ ਅਤੇ ਉਹਨੇ ਖਬਰ ਲਵਾਤੀ ਕਿ ਫਲਾਣੇ ਬੰਦੇ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ। ਸੋ ਖਬਰ ਛਪਣ ਦੇ ਨਾਲ ਪੁਲਿਸ ਵਾਲਿਆਂ ਨੂੰ ਇਹ ਹੋ ਗਿਆ ਵੀ ਹੁਣ ਖਬਰ ਛਪ ਗਈ ਹੈ ਅਤੇ ਇਹਨਾਂ ਨੂੰ ਮਤਲਬ ਕਿਸੇ ਖੂੰਜੇ ਲਾਉਣਾ ਮੁਮਕਿਨ ਨਾ ਰਹਿ ਗਿਆ। 7 ਦਿਨ ਦੇ ਰਿਮਾਂਡ ਤੋਂ ਬਾਅਦ ਸਾਨੂੰ ਵੱਖਰੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਸਾਡੇ 'ਤੇ DIR ਡਿਫੈਂਸ ਆਫ ਇੰਡੀਆ ਰੂਲਸ ਦਾ ਕੇਸ ਪਾਇਆ ਗਿਆ, ਪਰ 1.5-2 ਸਾਲ ਕੇਸ ਚੱਲਣ ਤੋਂ ਬਾਅਦ ਕੋਈ ਗਵਾਹ ਜਦੋਂ ਪੇਸ਼ ਨਾ ਹੋਏ ਤਾਂ ਸਾਨੂੰ ਉਹ 'ਚੋਂ ਰਿਹਾ ਕੀਤਾ। ਪਰ ਰਿਹਾ ਨਹੀਂ ਹੋਏ ਅਸੀਂ। ਜੱਜ ਦੇ ਕਮਰੇ 'ਚੋਂ ਨਿਕਲਦਿਆਂ ਸਾਰ ਮੂਹਰੇ ਫਿਰ ਪੁਲਿਸ ਖੜ੍ਹੀ ਸੀ ਅਤੇ ਸਾਡੇ 'ਤੇ ਮੀਸਾ ਲਗਾ ਦਿੱਤਾ ਗਿਆ। ਮੀਸਾ ਸੀਗਾ ਜਿਹਨੂੰ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਕਹਿੰਦੇ ਨੇ। ਉਹਦੇ ਵਿੱਚ ਵੱਡੀ ਗੱਲ ਇਹ ਹੁੰਦੀ ਹੈ ਵੀ ਤੁਸੀਂ ਕੋਈ ਵਕੀਲ ਨਹੀਂ ਕਰ ਸਕਦੇ, ਤੁਸੀਂ ਕੋਈ ਕੇਸ ਨਹੀਂ ਲੜ ਸਕਦੇ। ਸਰਕਾਰ ਤੁਹਾਨੂੰ, ਜਿਸ ਤਰ੍ਹਾਂ ਹੁਣ ਟਾੜਾ ਹੈਗਾ, ਸਰਕਾਰ ਤੁਹਾਨੂੰ ਜਿੰਨੀ ਦੇਰ ਵੀ ਚਾਹੇ ਸਾਰੀ ਉਮਰ ਲਈ ਵੀ ਰੱਖ ਸਕਦੀ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੇਸ ਨਹੀਂ ਕਰ ਸਕਦੇ ਗੌਰਮੈਂਟ ਦੇ ਖਿਲਾਫ, ਕਿਉਂਕਿ ਉਹ ਕਹਿੰਦੇ ਵੀ ਤੁਹਾਡੇ ਮੁਲਕ ਦੀ ਆਜ਼ਾਦੀ ਨੂੰ ਇਹਨਾਂ ਬੰਦਿਆਂ ਤੋਂ ਖਤਰਾ ਹੈਗਾ। ਅਤੇ ਖੈਰ ਕੁਝ ਸਾਲਾਂ ਬਾਅਦ ਫਿਰ ਜਦੋਂ ਜਨਤਾ ਗੌਰਮੈਂਟ ਬਣੀ, ਉਹਨਾਂ ਦਿਨਾਂ 'ਚ ਸਾਰੇ ਵਿਰੋਧੀ ਪਾਰਟੀਆਂ ਦੇ ਲੀਡਰ ਤਾਂ ਖਤਮ ਆਪਣੇ ਛੱਡ ਦਿੱਤੇ ਗਏ, ਪਰ ਜਿਹੜੇ 52 ਵਿਦਿਆਰਥੀ ਸੀਗੇ ਉਹ ਫਿਰ ਵੀ ਅਜੇ ਵੀ ਜੇਲ੍ਹਾਂ ਦੇ ਅੰਦਰ ਸੀ। ਈਵਨ ਜਨਤਾ ਪਾਰਟੀ ਦੀ ਗੌਰਮੈਂਟ ਚੁਣੀ ਗਈ ਸੀ। ਫਿਰ 7-8 ਮਹੀਨੇ ਤੋਂ ਬਾਅਦ ਸਾਨੂੰ ਛੱਡਿਆ ਗਿਆ ਅਤੇ ਅਸੀਂ ਦੁਬਾਰਾ ਫਿਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਦਾਖਲਾ ਮਿਲਣ ਦੇ ਵੀ ਚਾਂਸ ਬਹੁਤ ਘੱਟ ਸੀ। ਪਰ ਕਿਸ ਤਰ੍ਹਾਂ ਵੀ ਇਸ ਤਰੀਕਿਆਂ ਨਾਲ ਮਤਲਬ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਮੈਂ BA ਫਾਈਨਲ ਦਾ ਕਰਕੇ 78-79 ਵਿੱਚ ਕਰਕੇ 80 ਵਿੱਚ ਜਾ ਕੇ ਮੈਂ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦੀ ML ਵਿੱਚ ਦਾਖਲਾ ਲੈ ਲਿਆ। ਜਿਹੜੇ 80-82 ਦੇ ਦਾਖਲਾ ਵਿੱਚ ਉੱਥੋਂ MA ਕੀਤੀ। ਇਹਦੇ ਨਾਲ ਹੀ ਦਿਲਚਸਪ ਗੱਲ ਇਹ ਹੋਈ ਕਿ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਦਿਨਾਂ 'ਚ ਪੰਚਾਇਤੀ ਚੋਣਾਂ ਹੋਣੀਆਂ ਸੀ। ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਘਰ ਆ ਗਿਆ, ਆਖੇ ਵੀ ਤੁਹਾਨੂੰ ਤਾਂ ਅਸੀਂ ਸਰਪੰਚ ਚੁਣਦੇ ਹਾਂ। ਮੈਂ ਮਤਲਬ MA 'ਚ ਅਜੇ ਦਾਖਲਾ ਲਿਆ ਹੀ ਸੀ। ਬਹੁਤ ਨਾ ਕਰਨ ਦੇ ਬਾਵਜੂਦ ਵੀ, ਨਾ ਕੋਈ ਉਦੋਂ ਤਜਰਬਾ ਹੁੰਦਾ ਸੀ, ਅਤੇ ਪਰ ਮੈਂ ਇਸ ਗੱਲ ਨੂੰ ਮੰਨ ਗਿਆ, ਚਲੋ ਜੇ ਸਰਬਸੰਮਤੀ ਨਾਲ ਕਰਦੇ ਹੋ ਤਾਂ ਠੀਕ ਹੈ। ਅਤੇ ਮੈਨੂੰ ਯਾਦ ਆ ਵੀ ਜਦੋਂ ਮੈਂ ਖਾਲਸਾ ਕਾਲਜ ਉੱਥੇ ਕਲਾਸਾਂ ਲਾਉਂਦਾ ਹੁੰਦਾ ਸੀ ਅਤੇ ਮੇਰੇ ਝੋਲੇ ਬਗਲ ਦੇ ਝੋਲੇ ਵਿੱਚ ਹੀ
ਸਰਪੰਚੀ ਵਾਲੀ ਸਟੈਂਪ ਹੁੰਦੀ ਸੀ ਤੇ ਬਾਹਰ ਲੋਕੀ ਕਲਾਸ ਦੇ ਪੀਰੀਅਡ ਖਤਮ ਹੋਣ ਦੀ ਪਿੰਡ ਦੇ ਲੋਕੀ ਵੇਟ ਕਰਦੇ ਹੁੰਦੇ ਸੀ ਵੀ ਕਦੋਂ ਬਾਹਰ ਆਵੇ ਤਾਂ ਅਸੀਂ ਆਪਣੇ ਕੋਈ ਅਰਜ਼ੀਆਂ ਤਸਦੀਕ ਕਰਾਈਏ ਤਾਂ ਕਿ ਸਾਡਾ ਕੰਮ ਬੰਦਲਦਾ ਬਣੇ। ਉਹਨਾਂ ਨੂੰ ਹੁੰਦਾ ਸੀ ਪਤਾ ਇੱਥੇ ਤਾਂ ਹੋਏਗਾ। ਤਾਂ ਇਹ ਵੀ ਗੱਲ ਸੀ, ਪਰ ਬਾਅਦ ਵਿੱਚ ਦੇਖਿਆ ਕਿ ਇਹ ਕੋਈ ਚੰਗੀ ਗੱਲ ਨਹੀਂ ਸੀ, ਕਿਉਂਕਿ ਜਦੋਂ ਤੁਸੀਂ ਇੱਕ ਪਿੰਡ ਦੇ ਦੀ ਸਿਆਸਤ 'ਤੇ ਕੇਂਦਰਿਤ ਹੋ ਜਾਂਦੇ ਆ ਅਤੇ ਤੁਹਾਡਾ ਜਿਹੜਾ ਧਿਆਨ ਸਾਰਾ ਮਤਲਬ ਡਾਇਵਰਟ ਹੋ ਜਾਂਦਾ, ਤੁਸੀਂ ਦੂਜੇ ਕੰਮ ਜਿਹੜੇ ਤੁਹਾਡੇ ਕਰਨ ਵਾਲੇ ਹੁੰਦੇ ਨੇ, ਵੱਡੇ ਮਕਸਦ ਹੁੰਦੇ ਨੇ, ਤੁਸੀਂ ਉਹਨਾਂ ਤੋਂ ਹੌਲੀ ਹੌਲੀ ਪਿੱਛੇ ਨੂੰ ਤੁਰੇ ਜਾਂਦੇ ਆ, ਔਰ ਬਹੁਤ ਵੱਡੀ ਰੋਕ ਲੱਗ ਜਾਂਦੀ ਤੁਹਾਡੇ ਦਾ ਬੈਰੀਅਰ ਲੱਗ ਜਾਂਦਾ ਹੈਗਾ। ਮਸਾਂ 5 ਸਾਲ ਕੱਢੇ ਹੋ, ਫਿਰ ਕੰਨਾਂ ਨੂੰ ਹੱਥ ਲਾਇਆ ਵੀ ਹੁਣ ਇੱਦਾਂ ਦੀ ਗਲਤੀ ਨਹੀਂ ਕਰਨੀ ਹੈਗੀ। ਖੈਰ, ਇੱਕ ਹੋਰ ਸਵਾਦਲੀ ਗੱਲ ਤੁਹਾਨੂੰ ਦੱਸਦਾ, ਅਤੇ 1969-70 ਵਿੱਚ ਜਦੋਂ ਮੈਂ ਮੈਟਰਿਕ ਕੀਤੀ ਤਾਂ ਕੁਛ ਮਤਲਬ ਖੱਬੇ ਲਹਿਰ ਦੇ ਜਿਹੜੇ ਕੁਛ ਕਾਮਰੇਡ ਸੀ ਸਾਡੇ ਨਾਲ ਪਹਿਲਾਂ ਹੀ ਸੰਪਰਕ 'ਚ ਆ ਗਏ ਸੀ, ਜਿਹੜੇ ਪਹਿਲਾਂ ਹੀ ਅੰਡਰਗਰਾਊਂਡ ਹੋਏ ਸੀਗੇ। ਕੁਝ ਕੁ ਇੱਕ ਤਾਂ ਗੁਰੂ ਨਾਨਕ ਕਾਲਜ ਇੰਜੀਨੀਅਰਿੰਗ ਤੋਂ ਇੰਜੀਨੀਅਰ ਦੀ ਆਖਰੀ ਪੜ੍ਹਾਈ ਛੱਡ ਕੇ ਗੁਪਤਵਾਸ ਵਿੱਚ ਚਲੇ ਗਏ ਸੀ। ਕੁਝ ਮੈਡੀਕਲ ਕਾਲਜ ਪਟਿਆਲਾ ਦੇ ਸੀਗੇ, ਡੈਂਟਲ ਕਾਲਜ ਅੰਮ੍ਰਿਤਸਰ ਦੇ ਸੀਗੇ, ਜਿਹੜੇ ਵਿਦਿਆਰਥੀ ਆਪਣੀ ਮੈਡੀਕਲ ਦੀ ਪੜ੍ਹਾਈ MBBS ਦੇ ਆਖਰੀ ਸਾਲਾਂ ਛੱਡ ਕੇ ਲਹਿਰ ਵਿੱਚ ਰਲ ਗਏ ਸੀਗੇ ਆ ਕੇ। ਅਤੇ ਉਹ ਉਹਨਾਂ ਨਾਲ ਸੰਪਰਕ ਸੀਗਾ ਸਾਡਾ ਜਦੋਂ ਅਜੇ ਮੈਟਰਿਕ ਵਿੱਚ ਹੀ ਸੀ ਮੈਂ। ਅਤੇ ਸਿਸਟਰ ਮੇਰੀ ਤੇ ਇੱਥੇ ਅਮਰੀਕਾ ਪੜ੍ਹਨ ਵਾਸਤੇ ਆਪਣੇ ਮੇਰਾ ਭਣੋਈਆ ਤੋਂ ਆਏ ਹੋਏ ਸੀਗੇ, ਅਤੇ ਉਹਨਾਂ ਨੂੰ ਮੈਂ ਚਿੱਠੀ ਲਿਖ ਦਿੱਤੀ ਇੱਕ, ਕਿ ਮੈਂ ਕਿਹਾ ਵੀ ਉੱਥੇ ਤੁਹਾਡੇ ਸੁਣਿਆ ਵੀ ਅਮਰੀਕਾ 'ਚ ਰਿਵਾਲਵਰ ਬਹੁਤ ਸੋਹਣੇ ਬਣਦੇ ਆ, ਤੁਸੀਂ ਮੈਨੂੰ ਇੱਕ ਰਿਵਾਲਵਰ ਭੇਜ ਦਿਓ। ਅਤੇ ਉਹਨੇ ਕਿਹਾ ਵੀ ਮੁੰਡਾ ਤਾਂ ਬਸ ਗਿਆ ਹੁਣ ਸਾਡੇ ਹੱਥੋਂ, ਹੁਣ ਨਹੀਂ, ਮੁੜ ਕੇ ਬਹੁਤ ਗੱਲ ਜ਼ਿਆਦਾ ਵਿਗੜ ਗਈ ਹੈ। ਉਹਨਾਂ ਨੇ ਮਤਲਬ 2-4 ਮਹੀਨਿਆਂ ਵਿੱਚ ਉੱਥੇ ਗੱਲ ਕਰਕੇ ਆਪਣੇ ਦੋਸਤਾਂ ਨਾਲ ਹਾਰਵਰਡ ਯੂਨੀਵਰਸਿਟੀ ਤੋਂ ਪੇਪਰ ਤਿਆਰ ਕਰਾ ਕੇ ਸਪਾਂਸਰਸ਼ਿਪ ਭੇਜ ਕੇ ਸਾਰਾ ਕਰਤਾ ਵੀ ਤੂੰ ਜਿੰਨੀ ਜਲਦੀ ਹੁੰਦੀ ਹੈ ਇੱਥੇ ਚੜ੍ਹਿਆ। ਅਤੇ ਪਰ ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਇਹ ਸਾਮਰਾਜੀ ਮੁਲਕ ਆ, ਇੱਥੇ ਮੈਂ ਨਹੀਂ ਜਾਣਦਾ, ਇਹ ਮੁਲਕ ਤੁਹਾਨੂੰ ਮੁਬਾਰਕ ਹੋਵੇ, ਇਹ ਮੁਲਕ ਸਾਰੀ ਦੁਨੀਆ 'ਤੇ ਧੱਕੇ ਕਰਦਾ, ਧੌਂਸ ਚਮਾਉਂਦਾ ਫਿਰਦਾ ਆ, ਸਾਡੀ ਤਾਂ ਲੜਾਈ ਇਹਦੇ ਨਾਲ ਆ। ਪਰ ਇਹ ਵੱਖਰੀ ਗੱਲ ਆ ਕਿ ਬਾਅਦ ਵਿੱਚ ਮੈਨੂੰ ਉੱਥੇ ਹੀ ਜਾਣਾ ਪਿਆ। ਅਤੇ ਖੈਰ ਇਹ ਵੀ ਗੱਲ ਹੋਈ। ਅਤੇ ਜਦੋਂ MA ਵੀ ਕਰਨ ਲਈ, ਅਤੇ MA ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਸ਼ੁਰੂ ਕਰਨੀ ਪਈ ਕਿ ਹੁਣ ਨੌਕਰੀਆਂ ਲੱਭੀਆਂ ਜਾਣ, ਅਤੇ ਕਿਸੇ ਵੀ ਮਤਲਬ ਕਿਸ ਤਰ੍ਹਾਂ ਦੀ ਵੀ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ। ਅਤੇ ਉਸ ਤੋਂ ਪਹਿਲਾਂ ਉਹਨਾਂ ਨੇ ਦੁਬਾਰਾ ਫਿਰ ਸਪਾਂਸਰ ਕਰ ਦਿੱਤਾ ਸੀ, ਅਤੇ 1984 ਵਿੱਚ ਮੈਂ ਮਤਲਬ ਉੱਥੇ ਅਮਰੀਕਾ ਚਲੇ ਗਿਆ। ਉੱਥੇ ਜੋ ਜੀਵਨ ਹੈ ਉੱਥੇ ਦਾ ਬੜਾ ਸੰਘਰਸ਼ ਵਾਲਾ, ਮਤਲਬ ਤੁਸੀਂ ਪਹਿਲੇ 5 ਸਾਲ ਤਾਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਵਾਪਸ ਪਰਤ ਜਾਈਏ, ਕਿਉਂਕਿ ਉਹਨਾਂ ਦਿਨਾਂ 'ਚ ਮੈਨੂੰ ਯਾਦ ਆ ਇੱਕ ਘੰਟੇ ਦੀ ਤਨਖਾਹ ਉੱਥੇ $3 ਤੇ 65 ਪੈਸੇ ਹੁੰਦੀ ਸੀ, ਅਤੇ ਜਿਹੜੀ ਹੁਣ ਅੱਜ ਕੱਲ੍ਹ $15-15, $20 ਘੰਟੇ ਦੀ ਵੀ ਹੈਗੀ ਆ। ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਦੀ $100 $200 $300 ਇੱਕ ਘੰਟੇ ਦੀ ਵੀ ਹੈਗੀ ਹੈ। ਪਰ ਸਾਡੇ ਕੋਲ ਤਾਂ ਕੋਈ ਸਕਿੱਲ ਨਹੀਂ ਸੀ, ਸਾਨੂੰ ਸਿਰਫ ਜਿੰਦਾਬਾਦ ਮੁਰਦਾਬਾਦ ਹੀ ਕਰਨਾ ਆਉਂਦਾ ਸੀਗਾ, ਅਤੇ ਕੋਈ ਸਕਿੱਲ ਤਾਂ ਸਾਡੇ ਕੋਲ ਹੈ ਨਹੀਂ ਸੀ। ਸੋ ਘਟੀਆ ਤੋਂ ਘਟੀਆਂ ਜੋਬਾਂ ਵੀ ਕੀਤੀਆਂ, ਅਤੇ ਪਰ ਇੰਨਾ ਜ਼ਰੂਰ ਰੱਖਿਆ ਕਿ ਅਸੀਂ ਲਿਟਰੇਚਰ ਦੇ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕੀਤੀ। ਜਿਹੜੀਆਂ ਵੀ ਇੱਕ ਉਹਨਾਂ ਦਿਨਾਂ 'ਚ ਵਧੀਆ ਮੈਗਜ਼ੀਨ ਹੁੰਦੇ ਸੀ, ਸਰਦਲ ਹੁੰਦਾ ਸੀ, ਰੋਲੇਵਾਨ ਹੁੰਦਾ ਸੀ, ਅਤੇ ਸਿਰਜਣਾ ਹੁੰਦਾ ਸੀ, ਇਸ ਤਰ੍ਹਾਂ ਦੇ ਰਸਾਲੇ ਮੈਗਜ਼ੀਨ ਜਿਹੜੇ ਸੀਗੇ ਅਸੀਂ ਪੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ, ਔਰ ਪੜ੍ਹਦੇ ਰਹੇ ਲਗਾਤਾਰ। ਇੱਥੋਂ ਦੀਆਂ ਸਾਹਿਤਕ ਸਰਗਰਮੀਆਂ ਨਾਲ ਜੁੜੇ ਰਹੇ, ਗਾਹੇ ਬਗਾਹੇ ਫੋਨ ਵੀ ਕਰ ਲੈਣਾ ਸਾਹਿਤਕਾਰਾਂ ਨੂੰ ਵੀ, ਜਿਨ੍ਹਾਂ 'ਚੋਂ ਮੋਹਨਜੀਤ ਖਾਸ ਤੌਰ 'ਤੇ ਪਾਸ਼ ਹੁੰਦਾ ਸੀ, ਲਾਲ ਸਿੰਘ ਦਿਲ ਸੀ, ਦਰਸ਼ਨ ਖਟਕੜ ਸੀਗੇ। ਇਹਨਾਂ ਦੀ ਸੰਗਤ ਵੀ ਬਹੁਤ ਦੇਰ ਕੀਤੀ, ਉਹਨਾਂ ਦੀ ਸੰਗਤ ਤੋਂ ਹੀ ਮੈਂ ਕਵਿਤਾ ਦੀ ਜ਼ਿਆਦਾ ਪ੍ਰੇਰਨਾ ਲਈ, ਖਾਸ ਕਰਕੇ ਲਾਲ ਸਿੰਘ ਦਿਲ, ਪਾਸ਼ ਅਤੇ ਦਰਸ਼ਨ ਖਟਕੜ ਜਿਹੜੇ ਹੈਗੇ ਸੀਗੇ। ਗੁਰਦੀਪ ਗਰੇਵਾਲ ਵੀ ਸੀ, ਅਮਰਜੀਤ ਚੰਦਨ ਵੀ ਸੀ, ਪਰ ਅਮਰਜੀਤ ਚੰਦਨ ਛੇਤੀ ਹੌਲੀ ਪਰਦੇ ਤੋਂ ਪਿੱਛਾ ਉਹਨਾਂ ਦਿਨਾਂ 'ਚ ਹਟਣਾ ਸ਼ੁਰੂ ਹੋ ਗਿਆ ਸੀ, ਅਤੇ ਹੁਣ ਤਾਂ ਉਹ ਡਟ ਕੇ ਲਹਿਰ ਦਾ ਵਿਰੋਧ ਕਰਦਾ। ਉਹ ਕਹਿੰਦਾ ਮੈਂ ਜਿਹੜੀ ਪੰਜਾਬੀ ਦੀ ਤਰੀਸ ਵਿਗਾੜੀ ਹੀ ਇਹਨਾਂ ਲਹਿਰ ਦੇ ਬੰਦਿਆਂ ਨੇ ਜਾਂ ਪੱਤਰਕਾਰਾਂ ਨੇ ਪਤਾ ਨਹੀਂ ਕਿੱਥੋਂ ਬੋਲਦਾ ਕੀ ਕਹਿੰਦਾ ਆ, ਮੈਨੂੰ ਉਹਦੀ ਗੱਲਾਂ ਤੋਂ ਹੀ ਜਾਣੇ। ਖੈਰ ਉਹ ਗੱਲ ਛੱਡਦੇ ਹੋਏ ਮੈਂ ਕਹਿੰਦਾ ਵੀ ਲਾਲ ਸਿੰਘ ਦਿਲ ਅਤੇ ਪਾਸ਼ ਨੇ ਜੋ ਪੰਜਾਬੀ ਕਵਿਤਾ ਨੂੰ ਦਿੱਤਾ, ਉਹਦੇ ਤੋਂ ਮੈਂ ਉਹਨਾਂ ਦੀ ਸੰਗਤ ਤੋਂ ਬਹੁਤ ਸਿੱਖਿਆ। ਮੋਹਨ ਜੀ ਦੀ ਕਵਿਤਾ ਖਾਸ ਕਰਕੇ, ਕਿਉਂ ਜੋ ਸਹਿਜ ਅਤੇ ਸਰਲਤਾ ਇਹਦੀ ਦੀ ਕਵਿਤਾ ਵਿੱਚ ਹੈਗੀ ਆ, ਉਹ ਲੱਭਣੀ ਬੜੀ ਮੁਸ਼ਕਿਲ ਆ। ਭਾਵੇਂ ਮੁੱਲ ਇਹਨਾਂ ਦਾ ਬਹੁਤ ਦੇਰ ਪਿਆ ਅਤੇ ਇਸ ਤਰ੍ਹਾਂ ਹੀ ਡਾਕਟਰ ਜਗਤਾਰ, ਉਹਨਾਂ ਦੇ ਨਾਲ ਵੀ ਰਾਬਤਾ ਰੱਖਿਆ ਕਾਇਮ। ਅਤੇ ਆਸਤਾ ਜਦੋਂ ਅਸੀਂ ਥੋੜ੍ਹਾ ਸੈਟਲ ਹੋਣਾ ਸ਼ੁਰੂ ਕੀਤਾ, ਹਾਲਾਤ ਵੀ ਬਦਲ ਗਏ, ਇੱਧਰਲੇ ਬਦਲ ਗਏ, ਫਿਰ ਉੱਧਰ ਵੀ ਲੋਕ ਇਕੱਠੇ ਹੁੰਦੇ ਗਏ। ਕੈਨੇਡਾ 'ਚ ਤਾਂ ਖਾਸ ਕਰਕੇ, ਜਾਂ ਕੈਲੀਫੋਰਨੀਆ ਵਾਲੇ ਪਾਸੇ ਖਾਸ ਕਰਕੇ, ਉੱਥੇ ਜਿੱਥੇ ਪੰਜਾਬੀਆਂ ਦੀ ਬਹੁਤ ਗਿਣਤੀ ਹੈ, ਜ਼ਾਹਰ ਹੈ ਕਿ ਕੁਦਰਤੀ ਤੌਰ 'ਤੇ ਉੱਥੇ ਹੀ ਬੰਦੇ ਤੁਹਾਨੂੰ ਜ਼ਿਆਦਾ ਸਾਹਿਤਕਾਰ ਵੀ ਮਿਲਣਗੇ, ਕਿਉਂਕਿ ਜਿਸ ਇਲਾਕੇ 'ਚ ਅਸੀਂ ਰਹਿੰਦੇ ਹਾਂ ਉਹ ਸਿਰਫ ਇੱਕ ਕਿਸਮ ਦਾ ਮਤਲਬ ਪੇਂਡੂ ਇਲਾਕਾ। ਜਿਸ ਛੋਟਾ ਜਿਹਾ ਟਾਊਨ ਆ, ਨਿੱਕਾ ਜਿਹਾ ਜੋਨਸਟਾਊਨ ਨਾਂ ਦਾ, ਉੱਥੇ ਅਸੀਂ ਮਤਲਬ ਪੰਜਾਬੀਆਂ ਦੇ ਸਿਰਫ 3 ਜਾਂ 4 ਘਰ ਆ, ਉਹ ਵੀ ਆਪੋ ਆਪਣੇ ਕੰਮਾਂ 'ਚ ਰੁੱਝ ਰਹਿੰਦੇ ਨੇ। ਸਿਰਫ ਅਸੀਂ ਨਿਊਯਾਰਕ ਜਾਂ ਕੈਲੀਫੋਰਨੀਆ ਜਾਂ ਬਾਲਟੀਮੋਰ, ਮੈਰੀਲੈਂਡ ਵਿੱਚ ਉੱਥੇ ਬੰਦਿਆਂ ਨੂੰ ਇਕੱਠੇ ਕਰਕੇ ਆਪਣੀਆਂ ਕੋਈ ਸਰਗਰਮੀਆਂ
ਜਾਂ ਇੱਧਰੋਂ ਜਦੋਂ ਕੋਈ ਸਾਹਿਤਕਾਰ ਜਾਂਦੇ ਨੇ ਉਹ ਖੁਦ ਮਿਲਣ ਆ ਜਾਂਦੇ ਨੇ, ਅਜੇ ਤੱਕ ਵੀ ਉਹਨਾਂ ਦੇ ਨਾਲ ਗੱਪਸ਼ਪ ਚੱਲਦੀ ਆ। ਔਰ ਵੱਡੀ ਗੱਲ ਹੈ ਕਿ ਇਹਨਾਂ ਸਰਗਰਮੀਆਂ ਦੇ ਨਾਲ ਰਹਿੰਦੇ ਹੋਏ ਮੇਰੀ ਕਵਿਤਾ ਮਰੀ ਨਹੀਂ ਤਾਂ ਮਤਲਬ ਤੁਸੀਂ ਜਦੋਂ ਗੈਰ ਸਰਗਰਮ ਹੋ ਜਾਂਦੇ ਹੋ ਜਾਂ ਪੜ੍ਹਨਾ ਬੰਦ ਕਰ ਦਿੰਦੇ ਆ, ਉਦੋਂ ਤੁਹਾਡੇ ਵਿੱਚ ਜਿਹੜੀ ਸਮਰੱਥਾ ਹੁੰਦੀ ਆ ਉਹ ਘੱਟ ਜਾਂਦੀ ਹੈ ਅਤੇ ਆਖਰ ਤੁਸੀਂ ਨਿਰਾਸ਼ ਹੋ ਕੇ ਬਹਿ ਜਾਂਦੇ ਹੋ। ਫਿਰ ਅਸੀਂ ਇਹ ਸੋਚਿਆ ਵੀ ਸਾਨੂੰ ਜ਼ਿਆਦਾ ਧਿਆਨ ਜਿਹੜਾ ਹੈਗਾ ਜਿਸ ਮੁਲਕ ਦੇ ਅਸੀਂ ਵਸਿੰਦੇ ਬਣ ਗਏ ਹਾਂ, ਜਿੱਥੇ ਰਹਿੰਦੇ ਹਾਂ, ਉੱਥੋਂ ਦੀਆਂ ਸਮੱਸਿਆਵਾਂ, ਕਿਉਂਕਿ ਸਮੱਸਿਆਵਾਂ ਹਰ ਮੁਲਕ ਵਿੱਚ ਹੈਗੀਆਂ, ਕਿਤੇ ਵੀ ਚੱਲ ਜਾਓ, ਭਾਵੇਂ ਕਿੱਡਾ ਵੱਡਾ ਪੂੰਜੀਵਾਦੀ ਤੁਹਾਨੂੰ ਲੱਗਦਾ ਪਹਾੜ ਲੱਗਦਾ, ਪਰ ਭੁੱਖਮਰੀ ਉੱਥੇ ਵੀ ਹੈਗੀ ਆ, ਬੇਘਰੇ ਲੋਕ ਉੱਥੇ ਵੀ ਹੈਗੇ ਨੇ। ਅਮਰੀਕਾ ਵਿੱਚ ਹੀ ਘੱਟੋ ਘੱਟ ਮਤਲਬ 5 ਲੱਖ ਲੋਕ ਨੇ ਜਿਹੜੇ ਸੜਕਾਂ 'ਤੇ ਸੌਂਦੇ ਆ ਹਰ ਸਿਆਲ ਵਿੱਚ। ਇੱਕ ਛੋਟੀ ਜਿਹੀ ਕਵਿਤਾ ਮੇਰੇ ਸਿਆਲ ਇਹਦੇ ਵਿੱਚ ਵੀ ਹੈਗੀ ਆ, ਕਿਤਾਬ ਵਿੱਚ ਵੀ, ਜੇ ਤੁਹਾਨੂੰ ਕਿਤਾਬ ਮਿਲੀ ਹੋਵੇ। ਉਹ ਲੋਕ ਗੱਤਿਆਂ ਦੀ ਛੱਤ ਬਣਾ ਕੇ ਰਾਤ ਨੂੰ ਸੌਂਦੇ ਨੇ। ਨਿਊਯਾਰਕ ਦੀਆਂ ਸੜਕਾਂ 'ਤੇ ਲੋਕੀ ਖਾਸ ਕਰਕੇ ਹੁਣ ਗੁਰਦੁਆਰਿਆਂ ਵਾਲੇ ਜਾਂ ਸਹਿ ਸਭਾਵਾਂ ਵਾਲੇ ਵਿੱਚ ਵੀ, ਕਿ ਜਿਵੇਂ ਕੈਲੀਫੋਰਨੀਆ ਵਾਲੇ ਹੈਗੇ ਨੇ, ਉਹਨਾਂ ਨੂੰ ਬਲੈਂਕਟ ਲੈ ਕੇ ਦਿੰਦੇ ਨੇ ਸਿਆਲਾਂ 'ਚ, ਉਹਨਾਂ ਨੂੰ ਆਪਣੇ ਵਧੀਆ ਜੋੜੇ ਸ਼ੂਆਂ ਦੇ ਲੈ ਕੇ ਦਿੰਦੇ ਨੇ, ਗਰਮ ਸੌਕਸਾਂ ਦਿੰਦੇ ਨੇ ਵੀ ਤਾਂ ਕਿ ਇਹ ਬਚ ਜਾਣ, ਹੈ ਨਾ। ਅਤੇ ਮਤਲਬ ਇਹ ਹੁਣ ਲੱਗਦਾ ਹੈ ਅਮਰੀਕਾ ਬੜਾ ਵੱਡਾ ਦੈਂਤ ਆ, ਬਹੁਤ ਵੱਡਾ, ਪਰ ਉਹ ਆਮ ਲੋਕਾਂ ਵਾਸਤੇ, ਖਾਸ ਕਰਕੇ ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੂੰ ਉਹਨਾਂ ਨੇ ਡਰੱਗੀ ਬਣਾ ਦਿੱਤਾ, ਜਿਨ੍ਹਾਂ ਬੰਦਿਆਂ ਨੂੰ ਨਸ਼ੇੜੀ ਬਣਾ ਦਿੱਤਾ, ਉਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਹੀ ਇਹ ਬਣੇ ਰਹਿਣ ਤਾਂ ਕਿ ਉਹ ਲੋਕਾਂ ਦੇ ਖਿਲਾਫ ਉੱਠ ਨਾ ਸਕਣ। ਇਸੇ ਤਰ੍ਹਾਂ ਜਿਹੜੇ ਮੈਕਸੀਕੋ ਦੇ ਲੋਕ ਨੇ ਜਾਂ ਹੋਰ ਜਿਹੜੇ ਸਾਊਥ ਏਸ਼ੀਅਨ ਦੇ ਲੋਕ ਨੇ, ਉਹਨਾਂ ਨੂੰ ਵੀ ਉਹ ਚਾਹੁੰਦੇ ਨੇ ਕਿ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਹੀ ਬਿਠਾ ਕੇ ਰੱਖਿਆ ਜਾਵੇ, ਇਹਨਾਂ ਨੂੰ ਉਠਾਇਆ ਨਾ ਜਾਵੇ। ਜੇ ਉੱਠ ਗਏ ਤਾਂ, ਜੇ ਜਾਗ ਗਏ ਤਾਂ ਮਤਲਬ ਸਰਕਾਰਾਂ ਭਾਵੇਂ ਕਿਸੇ ਦੀ ਵੀ ਹੋਣ, ਭਾਵੇਂ ਟਰੰਪ ਦੀ ਹੋਵੇ, ਭਾਵੇਂ ਓਬਾਮਾ ਦੀ ਹੋਵੇ, ਥੋੜ੍ਹੇ ਬਹੁਤੇ ਫਰਕ ਨਾਲ ਇਹਨਾਂ ਦਾ ਖਾਸਾ ਜਿਹੜਾ ਹੁੰਦਾ ਇੱਕੋ ਜਿਹਾ ਹੁੰਦਾ ਹੈ। ਪਰ ਇੱਕ ਗੱਲ ਉਹਨਾਂ ਦੇ ਮੁਲਕਾਂ 'ਚ, ਯੂਰਪ ਵਿੱਚ ਤੁਸੀਂ ਜਿਹੜੇ ਬੰਦੇ ਜਾਂਦੇ ਰਹੇ ਨੇ ਦੇਖੀ ਹੋਵੇਗੀ ਕਿ ਉਹ ਮਿਡਲ ਕਲਾਸ ਨੂੰ, ਜਿਹੜੇ ਬੰਦਾ 8 ਘੰਟੇ ਵੀ ਕੰਮ ਕਰਦਾ ਹੈਗਾ, ਜੇ ਲਗਾਤਾਰ ਕੰਮ ਕਰਦਾ, ਉਹਨੂੰ ਕੋਈ ਹੋਰ ਕੋਈ ਆਪਣੇ ਰੋਗ ਨਹੀਂ ਗਏ, ਉਹ ਆਪਣੇ ਲਈ ਵਧੀਆ ਕਾਰ, ਵਧੀਆ ਅਪਾਰਟਮੈਂਟ, ਖਾਣ ਪੀਣ ਲਈ ਸਾਰਾ ਕੁਛ ਆਪਣੀ ਲਗਾਤਾਰ ਜਿਹੜੀ ਜ਼ਿੰਦਗੀ ਚਲਾ ਸਕਦਾ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ, TV ਕੰਮ ਵਗੈਰਾ ਸਾਰੇ ਜਿੱਦਾਂ ਦੇ ਲੈਣੇ ਚਾਹੇ ਲੈ ਸਕਦਾ। ਪਰ ਜਿਹੜੇ ਬੰਦੇ, ਉਹਨਾਂ ਨੂੰ ਪਤਾ, ਜਿਸ ਤਰ੍ਹਾਂ ਜਿਹੜੇ ਨੇਟਿਵ ਅਮਰੀਕਨ ਹੈਗੇ ਆ, ਅਸਲੀ ਅਮਰੀਕਨ ਜਿਹੜੇ ਹੈਗੇ ਆ, ਉਹਨਾਂ ਨੇ ਇਸ ਤਰ੍ਹਾਂ ਖੁੱਲ੍ਹ ਦੇ ਦਿੱਤੀ ਕਿ ਉਹ ਜਿੰਨੀ ਮਰਜ਼ੀ ਦਾਰੂ ਕੱਢੀ ਜਾਣ, ਜਿੰਨੀ ਮਰਜ਼ੀ ਟੈਕਸਾਂ ਤੋਂ ਛੋੜ ਦਿੱਤੀ, ਕਿ ਉਹ ਨਾ ਉੱਠਣ, ਜਿਹੜੇ ਅਸਲੀ ਅਮਰੀਕਨ ਜਿਹੜੇ ਹੈਗੇ ਨੇਟਿਵ ਅਮਰੀਕਨ, ਉਹਨਾਂ ਦੇ ਖਿਲਾਫ। ਉਹਨਾਂ ਨੂੰ ਸਭ ਛੋਟਾਂ ਦਿੱਤੀਆਂ, ਜੋ ਮਰਜ਼ੀ ਖਾਈ ਜਾਓ, ਪੀ ਜਾਓ। ਬੱਚੇ ਵੀ ਉਹਨਾਂ ਦੇ ਸਕੂਲਾਂ 'ਚ ਨਹੀਂ ਜਾਂਦੇ, ਪੜ੍ਹੇ ਨਹੀਂ, ਉਹ ਹੁਣ ਬਿਲਕੁਲ ਹਾਸ਼ੀਏ 'ਤੇ ਬੈਠੇ ਆ। ਕੁਛ ਸਟੇਟਾਂ 'ਚ ਰਹਿ ਗਏ ਆ, ਬਹੁਤੇ ਤਾਂ ਖਤਮ ਹੀ ਹੋ ਗਏ ਨੇ। ਮਤਲਬ ਜਿਹੜਾ ਸਰਕਾਰਾਂ ਦਾ ਖਾਸਾ ਹੁੰਦਾ, ਸਾਮਰਾਜੀ ਸਰਕਾਰਾਂ ਦਾ, ਉਹਨਾਂ ਦਾ ਖਾਸਾ ਇਹੀ ਹੁੰਦਾ ਕਿ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਦੀ ਮੰਦਬੁੱਧੀ ਬਣਾ ਦਿਓ ਕਿ ਉਹਨਾਂ 'ਚੋਂ ਜਿਹੜੀ ਥੋੜ੍ਹੀ ਸੋਚ ਜਾਂ ਲਗਜ਼ਰੀ ਚੀਜ਼ਾਂ ਦੇਣ ਸ਼ੁਰੂ ਕਰ ਦਿਓ, ਤਾਂ ਕਿ ਉਹ ਜਿਹੜੇ ਸੋਚਣ ਬਿਨਾਂ ਇਹਦੇ ਪਾਸੇ ਸੰਘਰਸ਼ ਵਾਲੇ ਪਾਸੇ ਜਾਣ, ਬਿਨਾਂ ਸੋਚਣ ਬਿਨਾਂ ਕਦੇ ਹੋਣਾ। ਹਾਲਾਂਕਿ ਉਹ ਜਦੋਂ ਉਹ ਭ੍ਰਿਸ਼ਟਾਚਾਰ ਕਰਦੇ ਨੇ, ਆਮ ਬੰਦੇ ਦਾ ਉੱਥੇ ਤਾਂ ਨਹੀਂ ਕਰਦੇ, ਪਰ ਕਾਰਪੋਰੇਸ਼ਨਾਂ ਦੇ ਰੂਪ ਵਿੱਚ ਜਦੋਂ ਉਹ ਅਰਬਾਂ ਡਾਲਰਾਂ ਦਾ ਜਿਹੜਾ ਹੈਗਾ ਉਹ ਭ੍ਰਿਸ਼ਟਾਚਾਰ ਕਰਦੇ ਨੇ, ਤਾਂ ਉਹ ਆਮ ਲੋਕੀ ਮਤਲਬ ਉੱਥੇ ਖੁਸ਼ ਇਸ ਕਰਕੇ ਨੇ। ਇੱਧਰੋਂ ਹੁਣ ਬਾਕੀ ਜਾਂਦੇ ਨੇ, ਭੱਜੇ ਜਾਂਦੇ ਨੇ 25-25 ਲੱਖ ਰੁਪਇਆ ਦੇ ਕੇ ਵੀ, ਪਰ ਜਦੋਂ ਉੱਥੇ ਜਾ ਕੇ ਉਹਨਾਂ ਨੂੰ ਨੌਕਰੀ ਨਹੀਂ ਲੱਭਦੀ, ਨਾ ਉਹਨਾਂ ਨੇ ਇੱਥੋਂ ਚੰਗੀ ਪੜ੍ਹਾਈ ਕੀਤੀ ਹੁੰਦੀ ਆ। ਬਹੁਤ ਗਿਣਤੀ ਜਿਹੜੀ ਹੈਗੀ ਇੱਥੋਂ ਮੈਟ੍ਰਿਕ ਪਾਸ ਜਾਂ 5ਵੀਂ 7ਵੀਂ ਪੜ੍ਹੇ ਹੋਏ ਜਾਂਦੇ ਨੇ, ਜਿਹੜੇ ਜ਼ਿਆਦਾ ਜਾਂਦੇ ਨੇ, ਜਿਹੜੇ ਲੱਖਾਂ ਰੁਪਏ ਡਾਲਰ ਦੇ ਕੇ ਰੁਪਈਏ ਪੇਕ ਦੇ ਕੇ ਜਾਂਦੇ ਨੇ, ਉਹ ਫਿਰ ਉੱਥੇ ਨਿਰਾਸ਼ ਹੁੰਦੇ ਨੇ, ਫਿਰ ਡਰੱਗਾਂ ਵਾਲੇ ਪਾਸੇ ਲੱਗ ਜਾਂਦੇ ਨੇ, ਫਿਰ ਲੜਾਈਆਂ ਕਰਦੇ ਆ। ਹੁਣ ਜਿੱਦਾਂ ਕੈਨੇਡਾ 'ਚ ਜਿਹੜੇ +2 ਕਰਕੇ ਗਏ ਨੇ ਵਿਦਿਆਰਥੀ, ਉਹਨਾਂ ਦੇ ਗਰੁੱਪ ਕਿੱਦਾਂ ਬਣ ਗਏ ਨੇ, ਉੱਥੇ ਜਾ ਕੇ ਗੈਂਗਸ ਬਣ ਗਈਆਂ, ਉਹਨਾਂ ਦੀਆਂ ਲੜਾਈਆਂ ਹੁੰਦੀਆਂ, ਅਖਬਾਰਾਂ 'ਚ ਆਉਂਦੇ ਆ, ਮਤਲਬ ਰੋਜ਼ ਦਿਖਾਲਦੇ ਆ TV 'ਤੇ ਉੱਥੇ ਇਹ ਕਿੱਦਾਂ ਲੜਦੇ ਨੇ। ਫਿਰ ਮਤਲਬ ਉਹ ਆਪਣਾ ਘਰ ਜਿਹੜਾ ਇੱਥੋਂ ਦਾ ਵੀ ਬਰਬਾਦ ਕਰ ਚੁੱਕੇ ਹੁੰਦੇ ਨੇ, ਅਤੇ ਆਪਣਾ ਜਿਹੜਾ ਉੱਥੋਂ ਦਾ ਭਵਿੱਖ ਆ ਉਹ ਵੀ ਤਬਾਹੀ ਵੱਲ ਸੁੱਟ ਦਿੰਦੇ ਨੇ। ਹਾਂ, ਜਿਹੜੇ ਇੱਥੋਂ ਪ੍ਰੋਫੈਸ਼ਨਲ ਵਿਦਿਆਰਥੀ ਜਾਂਦੇ ਨੇ, ਕੋਈ ਨਰਸਿੰਗ ਵਾਲੇ ਜਾਂਦੀਆਂ ਲੜਕੀਆਂ ਜਾਂ ਦੂਜੇ ਬੰਦੇ ਨੇ, ਉਹਨਾਂ ਦਾ ਭਵਿੱਖ ਬੜਾ ਵਧੀਆ ਹੈਗਾ, ਔਰ ਕਾਮਯਾਬ ਵੀ ਹੋ ਜਾਂਦੇ ਨੇ, ਔਰ ਬੜੀ ਜਲਦੀ ਸੈਟਲ ਹੋ ਜਾਂਦੇ ਨੇ। ਹਾਂ, ਅਤੇ ਖੈਰ ਮੈਂ ਕੋਈ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ, ਜੇ ਕਿਸੇ ਨੂੰ ਕੋਈ ਸਵਾਲ ਹੋਵੇ ਅਤੇ ਉਹਦੇ ਲਈ ਮੈਂ ਹਾਂਜੀ। ਹਾਂਜੀ ਸਰ, ਮੇਰਾ ਇੱਕ ਸਵਾਲ ਇਹ ਹੈ ਕਿ ਅੰਦੋਲਨ 2 ਤਰ੍ਹਾਂ ਦੇ ਹੁੰਦੇ ਆ। ਇੱਕ ਅੰਦੋਲਨ 'ਚ ਉਹ ਹੁੰਦੇ ਆ ਕਿ ਜਿਹਦੇ ਵਿੱਚ ਅਸੀਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਇੱਕ ਸ਼ਾਂਤਮਈ ਅੰਦੋਲਨ ਚਲਾਉਂਦੇ ਹਾਂ ਅਤੇ ਸਰਕਾਰ 'ਤੇ ਇੱਕ ਦਬਾਅ ਬਣਾਉਂਦੇ ਹਾਂ, ਅਤੇ ਅਲਟੀਮੇਟਲੀ ਸਰਕਾਰ ਲਈ ਵੀ ਔਖਾ ਹੁੰਦਾ ਅਜਿਹੇ ਅੰਦੋਲਨ ਨੂੰ
ਦਬਾਉਣਾ। ਔਰ ਦੂਸਰਾ ਅੰਦੋਲਨ ਜਿਹੜਾ ਕਿ ਹਥਿਆਰਬੰਦ ਅੰਦੋਲਨ ਹੁੰਦਾ, ਮੈਨੂੰ ਲੱਗਦਾ ਕਿ ਉਸ ਅੰਦੋਲਨ ਨੂੰ ਦਬਾਉਣਾ ਸਰਕਾਰ ਲਈ ਬਹੁਤ ਸੌਖਾ ਹੁੰਦਾ, ਕਿਉਂਕਿ ਜਿਹੜੀ ਹਿੰਸਾ ਹੁੰਦੀ ਆ ਕਿਸੇ ਵਰਗ ਵੱਲੋਂ ਕੀਤੀ ਜਾਂਦੀ, ਉਹਨੂੰ ਦਬਾਉਣ ਲਈ ਜਿਹੜੀ ਸਟੇਟ ਹਿੰਸਾ ਕਰਦੀ ਆ, ਉਹਦੇ ਲਈ ਬਹੁਤ ਸਟੇਟ ਕੋਲ ਤਰਕ ਹੁੰਦੇ ਆ ਉਸ ਨੂੰ ਜਸਟੀਫਾਈ ਕਰਨ ਦੇ। ਤੁਸੀਂ ਖੁਦ ਇੱਕ ਐਸੀ ਹੀ ਲਹਿਰ 'ਚ ਰਹੇ ਆ ਕਿ ਜਿਹਦੇ 'ਚ ਕੁਝ ਲੋਕ ਅੱਗੇ ਹੋ ਕੇ ਹਥਿਆਰਬੰਦ ਹੋ ਕੇ ਲੱਗ ਪਏ ਕਿ ਅਸੀਂ ਇੱਕ ਇਨਕਲਾਬ ਲੈ ਆਵਾਂਗੇ। ਹੁਣ ਇੰਨੇ ਸਾਲਾਂ ਬਾਅਦ ਤੁਸੀਂ ਕੀ ਸੋਚਦੇ ਆ ਕਿ ਉਹ ਜਿਹੜਾ ਕਦਮ ਸੀ ਉਹ ਬਚਕਾਨਾ ਕਦਮ ਸੀ ਇੱਕ ਤਰ੍ਹਾਂ ਦਾ, ਜਾਂ ਇੱਕ ਜੋਸ਼ 'ਚ ਆ ਕੇ ਚੁੱਕਿਆ ਕਦਮ ਸੀ? ਕਿਉਂਕਿ ਪੰਜਾਬ ਨੇ ਇਸ ਤਰ੍ਹਾਂ ਦੇ 2 ਕਦਮ ਚੁੱਕੇ ਅਤੇ ਅਲਟੀਮੇਟਲੀ ਉਹ 'ਚ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਹੋਇਆ ਕਿ ਪੰਜਾਬ ਬਹੁਤ ਸਾਰਾ ਪਿਛਾਂਹ ਚਲਾ ਗਿਆ। ਬਿਲਕੁਲ ਗੱਲ ਸਹੀ ਆ ਕੁਲਵੀਰ ਤੁਹਾਡੀ। ਮਤਲਬ ਜਦੋਂ ਤੁਸੀਂ ਸਟੇਟ ਦੇ ਖਾਸੇ ਨੂੰ ਜਿੰਨੀ ਦੇਰ ਸਮਝ ਨਹੀਂ ਲੈਂਦੇ ਨਾ, ਭਾਵੁਕ ਹੋ ਕੇ ਨਹੀਂ ਲੜਿਆ ਜਾ ਸਕਦਾ। ਰੂਸ ਵਿੱਚ ਵੀ, ਚੀਨ ਵਿੱਚ ਵੀ, ਹੋਰ ਜਿੱਥੇ ਵੀ ਮਤਲਬ ਇਨਕਲਾਬ ਆਏ, ਉਹਨਾਂ ਨੇ ਪਹਿਲਾਂ ਬਰਾਬਰ ਦੀ ਫੋਰਸ ਤਿਆਰ ਕੀਤੀ। ਉਹਨਾਂ ਨੂੰ ਜਦੋਂ ਯਕੀਨ ਹੋ ਗਿਆ ਕਿ ਅਸੀਂ ਹੁਣ ਸਰਕਾਰ ਨਾਲ ਮੱਥਾ ਲੈਣ ਦੇ ਯੋਗੇ ਹੈਗੇ ਹਾਂ, ਤਾਂ ਫਿਰ ਉਹਨਾਂ ਨੇ ਧਾਵਾ ਬੋਲੇ। ਪਰ ਅਸੀਂ ਮਤਲਬ ਹੁਣ ਕਿਸੇ ਖਾਸ ਗਰੁੱਪ ਦਾ ਨਾਂ ਨਹੀਂ ਲਊਂਗਾ, ਕਿਉਂਕਿ ਨਕਸਲੀ ਗਰੁੱਪ ਹੁਣ ਤਾਂ ਮਤਲਬ ਜਿੱਦਾਂ 22 ਮੰਜੀਆਂ ਹੁੰਦੀਆਂ ਉਹਨਾਂ 'ਚ ਵੰਡੇ ਗਏ ਨੇ। ਇੱਕ ਗਰੁੱਪ ਉਹਨਾਂ 'ਚ ਜਿਹੜਾ ਮਸ਼ਹੂਰ ਹੁੰਦਾ ਸੀ, ਜਿਹਨੂੰ ਚਾਰੂ ਮਜ਼ੂਮਦਾਰ ਦਾ ਗਰੁੱਪ ਕਿਹਾ ਜਾਂਦਾ ਸੀ। ਹਾਲਾਂਕਿ ਚਾਰੂ ਮਜ਼ੂਮਦਾਰ ਅਤੇ ਜੰਗਲ ਸੰਥਿਆਲ ਜਿਹੜੇ 2 ਬੰਦੇ ਸੀ, ਜਿਨ੍ਹਾਂ ਨੇ ਪੱਛਮੀ ਬੰਗਾਲ ਵਿੱਚ ਨਕਸਲਵਾੜੀ ਨਾਮ ਦੇ ਪਿੰਡ ਤੋਂ ਇਹ ਜਿਹੜੀ ਬਗਾਵਤ ਸ਼ੁਰੂ ਕੀਤੀ ਸੀ। ਪਹਿਲਾਂ ਉਹ CPM ਕਮਿਊਨਿਸਟ ਪਾਰਟੀ ਆਫ ਮਾਰਕਸਵਾਦੀ ਦੇ ਮਤਲਬ ਬਹੁਤ ਤਕੜੇ ਲੀਡਰਾਂ 'ਚੋਂ ਸੀ। ਜਦੋਂ ਉਹਨਾਂ ਨੇ ਕੀਤੀ, ਉਹਨਾਂ ਨੇ ਨਾਅਰਾ ਹੀ ਹਥਿਆਰਬੰਦ ਇਨਕਲਾਬ ਦਾ ਦਿੱਤਾ, ਔਰ ਇਹ ਕਿਹਾ ਕਿ ਜਿਹੜੀ ਸੱਤਾ ਹੁੰਦੀ ਆ ਬੰਦੂਕ ਦੀ ਨਾਲੀ 'ਚੋਂ ਨਿਕਲਦੀ ਹੈ। ਅਤੇ ਪੰਜਾਬ ਦਾ ਖਾਸਾ ਜਿਹੜਾ ਨੌਜਵਾਨੀ ਦਾ ਖਾਸ ਕਰਕੇ ਮੈਂ ਕਹਾਂ ਕਿ ਬਹੁਤ ਹੀ ਇਨਕਲਾਬੀ ਰਿਹਾ, ਅੱਜ ਤੋਂ ਨਹੀਂ ਸਦੀਆਂ ਤੋਂ। ਜਿੰਨੇ ਵੀ ਹਮਲੇ ਪੰਜਾਬ 'ਤੇ ਹੋਏ ਨੇ, ਉਹਨੇ ਹੋਰ ਕਿਸੇ 'ਤੇ ਨਹੀਂ ਹੋਏ। ਅਤੇ ਪੰਜਾਬ ਦੇ ਲੋਕਾਂ ਦੇ ਖਾਸੇ ਵਿੱਚ ਇਹ ਆ ਵੀ ਲੜਨਾ, ਬਰਾਬਰਤਾ ਉਹਨਾਂ ਦੇ ਨਾਲ ਬਰਾਬਰਤਾ ਕਰਨੀ ਔਰ ਜਿੱਤਾਂ ਹਾਸਲ ਕਰਨੀਆਂ। ਇਹ ਕੁਦਰਤੀ ਸਾਡੇ ਖੂਨ ਵਿੱਚ ਰਚਿਆ ਹੋਇਆ ਹੈ। ਅਤੇ ਪੰਜਾਬੀ ਨੌਜਵਾਨ ਵੀ ਉਸ ਵੇਲੇ ਹਥਿਆਰਾਂ ਦੀ ਚਮਕ ਉੱਚਾ ਦੇਖ ਕੇ ਬਹੁਤੇ ਇੱਧਰ ਸ਼ੁਰੂ ਹੋ ਗਏ। ਕੁਝ ਬੰਦੇ ਪਹਿਲੇ ਜਿਹੜੇ ਪੂਰਦੇ ਸੀ, ਉਹ ਤਾਂ ਬੰਦੇ ਬਹੁਤ ਹੀ ਸਿਆਣੇ ਸੀ ਔਰ ਸਹਿਜ ਸੀਗੇ, ਔਰ ਉਹ ਬਰਾਬਰ ਤਿਆਰ ਕਰਨ 'ਚ ਵਿੱਚ ਯਕੀਨ ਰੱਖਦੇ ਸੀ। ਪਰ ਬਾਅਦ ਵਿੱਚ ਜਿਵੇਂ ਹਰ ਲਹਿਰ 'ਚ ਗਲਤ ਬੰਦੇ ਆ ਰਲਦੇ ਆ, ਇਸ ਲਹਿਰ ਵਿੱਚ ਵੀ ਬੰਦੇ ਆਏ। ਬਾਕੀ ਉਹ ਚਾਰੂ ਮਜ਼ੂਮਦਾਰ ਦੀ ਪਾਰਟੀ ਦਾ ਜਿਹੜਾ ਇਹ ਨਾਅਰਾ ਸੀ ਨਾ, ਉਹਨਾਂ ਨੇ ਹਥਿਆਰ ਵੰਡਣੇ ਸ਼ੁਰੂ ਕਰਤੇ, ਫਲਾਣੇ ਕਰਤੇ। ਇਹਨੂੰ ਕਹਿਤਾ ਜਦੋਂ ਅਸੀਂ ਹਮਲਾ ਕਰਾਂਗੇ, ਚੀਨ ਵੀ ਸਾਡੇ ਨਾਲ ਬਰਾਬਰ ਆ ਕੇ ਹਮਲਾ ਕਰ ਦੂਗਾ। ਅਤੇ ਮਤਲਬ ਇਹੋ ਜਿਹੀਆਂ ਗਲਤ ਜਿਹੜੀਆਂ ਧਾਰਨਾਵਾਂ ਸੀ, ਉਹ ਲਹਿਰ ਦਾ ਨੁਕਸਾਨ ਹੀ ਕਰਦੀਆਂ ਔਰ ਨੁਕਸਾਨ ਹੋਇਆ। ਅੱਜ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜਵਾਨੀ ਖਾਸ ਕਰਕੇ ਅਜੇ ਦਿੱਲੀ ਵਾਲਿਆਂ ਦਾ ਮੈਨੂੰ ਥੋੜ੍ਹਾ ਜਿਹਾ ਤੂਰ ਨੇ ਹੈਗੇ ਨੇ, ਜਿੰਨੀ ਤਬਾਹ ਹੋ ਚੁੱਕੀ ਆ ਨਸ਼ਿਆਂ ਦੇ ਨਾਲ, ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ, ਭਾਵੇਂ ਉਹ ਲਹਿਰ ਕੋਈ ਵੀ ਸੀ, ਭਾਵੇਂ ਉਹ ਕਾਲਾ ਦੌਰ 80 ਦਾ ਸੀਗਾ, ਭਾਵੇਂ 70 ਦਾ ਸੀ, ਭਾਵੇਂ ਜਿਹੜਾ 94 95 ਚੱਕਰ ਰਿਹਾ ਇਹ ਸੀਗਾ। ਉਹਦੇ ਵਿੱਚ ਬਹੁਤੇ ਜਿਹੜੇ ਸੀਗੇ ਮੁੰਡੇ ਅਨਰਥ ਜਿਹੜੇ ਮਾਰੇ ਗਏ, ਜਿਹੜੇ ਬੇਗੁਨਾਹ ਸੀ ਮੁੰਡੇ ਜ਼ਿਆਦਾ ਮਾਰੇ ਗਏ, ਜਾਂ ਉਹਨਾਂ ਨੇ ਆਪਣੇ ਨਿੱਜੀ ਪਰਿਵਾਰਾਂ ਦੇ ਬਦਲੇ ਲੈਣ ਦੀ ਖਾਤਰ ਬਹੁਤ ਸਾਰੇ ਪਰਿਵਾਰ ਆਪ ਹੀ ਖਤਮ ਕੀਤੇ। ਇਹ ਜਿਹੜਾ ਦੌਰ ਸੀਗਾ, ਮੈਨੂੰ ਲੱਗਦਾ ਵੀ ਉਹਨੂੰ ਨਸਮਝੀ ਕਾਰਨ ਹੀ ਜਿਹੜੀਆਂ ਲਹਿਰਾਂ ਫੇਲ ਹੋਈਆਂ, ਅਤੇ ਅੱਜ ਅਸੀਂ ਮਤਲਬ ਉੱਥੇ ਦੇ ਉੱਥੇ ਖੜ੍ਹੇ ਹਾਂ, ਸਰਕਾਰਾਂ ਉੱਦਾਂ ਦੀਆਂ ਉੱਦਾਂ ਕਾਇਮ ਆ। ਉਹ ਨਹੀਂ, ਉਦੋਂ ਬਾਕੀ ਅਸੀਂ ਲੱਗਦਾ ਸੀ ਇਨਕਲਾਬ ਆਇਆ ਕਿ ਖੜਿਆ, ਫਿਰ ਸਵੇਰੇ ਉੱਠਾਂਗੇ ਤਾਂ ਇਨਕਲਾਬ ਦੇ ਝੰਡੇ ਹਰ ਘਰ ਦੇ ਗੱਡੇ ਹੋਣੇ ਆ, ਅਤੇ ਅਸੀਂ ਮਤਲਬ ਆਪਣੀ ਇਹ ਸਰਕਾਰ ਸਾਡੀ ਹੋਣੀ ਆ। ਔਰ ਸੁਪਨੇ ਵੀ ਸਾਨੂੰ ਇੱਦਾਂ ਹੀ ਦਿਖਾਏ ਜਾਂਦੇ ਸੀ, ਕਿਉਂਕਿ ਉਸ ਵੇਲੇ ਜਦੋਂ ਵਿਦਿਆਰਥੀ ਹੁੰਦੇ ਆ ਨਾ, ਤੁਸੀਂ ਤੁਹਾਡੇ ਬਹੁਤ ਜਲਦੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਗ੍ਰਾਸਪ ਕਰਦੇ ਆ, ਔਰ ਤੁਹਾਨੂੰ ਲੱਗਦਾ ਵੀ ਯਾਰ ਇਹ ਕਿਹੜੀ ਗੱਲ ਹੈਗੀ ਆ, ਅਤੇ ਚਲੋ ਮਰਨ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਵੀ ਮਾਰ ਵੀ ਦਊ ਸਾਨੂੰ, ਕੋਈ ਗੱਲ ਹੀ ਕੋਈ ਨਹੀਂ। ਅਤੇ ਉਹ ਗਲਤ ਸੀ, ਹੁਣ ਅਸੀਂ ਮਹਿਸੂਸ ਕਰਦੇ ਹਾਂ। ਅਤੇ ਜਿਹੜਾ ਉਦੋਂ ਇਹ ਵੀ ਗੱਲ ਹੁੰਦਾ ਸੀ ਵੀ ਯਾਰ ਅਸੀਂ ਕਵਿਤਾ ਲਿਖ ਦਿੱਤੀ ਅਤੇ ਕਵਿਤਾ ਨੇ ਇਨਕਲਾਬ ਲੈ ਆਂਗੇ, ਪਰ ਇਹ ਵੀ ਗੱਲ ਗਲਤ ਸੀਗੀ। ਕਵਿਤਾ ਕਦੀ ਇਨਕਲਾਬ ਨਹੀਂ ਲਿਆਉਂਦੀ, ਕਵਿਤਾ ਲੋਕਾਂ ਨੂੰ ਚੇਤਨ ਜ਼ਰੂਰ ਕਰਦੀ ਹੈਗੀ ਆ। ਜਿਵੇਂ ਬਲੀਵੀਆ ਦੇ ਜੰਗਲਾਂ ਵਿੱਚ ਇੱਕ ਵਾਰ ਚੀ ਗੁਵੇਰਾ ਸਾਰੀ ਰਾਤ ਉਹਨਾਂ ਨੂੰ ਆਪਣੇ ਭਾਸ਼ਣ ਦਿੰਦਾ ਰਿਹਾ, ਉਹਨਾਂ ਨੂੰ ਮਾਰਕਸਿਜ਼ਮ ਪੜ੍ਹਾਉਂਦਾ ਰਿਹਾ। ਕਿਸਾਨਾਂ ਦਾ ਇੱਕ ਵੱਡਾ ਤਕੜਾ ਗਰੁੱਪ ਸੀ। ਉਸ ਤੜਕੇ ਦੇ 4 ਵਜ ਗਏ, ਲੋਕ ਉਂਘਣ ਲੱਗ ਪਏ, ਅਤੇ ਫਿਰ ਉਹਨੂੰ ਸੁਝਿਆ ਕੋਈ ਮੈਂ ਇਹਨਾਂ ਨੂੰ ਕਵਿਤਾਵਾਂ ਕੁਝ ਸੁਣਾਵਾਂ। ਉਹਨੇ ਕੁਛ ਕਵਿਤਾਵਾਂ ਸੁਣਾਈਆਂ, ਲੋਕ ਹੌਲੀ ਹੌਲੀ ਜਾਗਣੇ ਸ਼ੁਰੂ ਹੋ ਗਏ, ਔਰ ਉਹਨੂੰ ਕਹਿ ਜਾਂ ਹੋਰ ਸੁਣਾਈ ਜਾਂ ਹੋਰ ਸੁਣ ਜਾਂ ਫੇਰ ਸੌਂ ਜਾਗੇ। ਮਤਲਬ ਕਵਿਤਾ ਤੁਹਾਡੇ ਅੰਦਰ ਚੇਤਨਾ ਦਾ ਜ਼ਰੂਰ ਪੈਦਾ ਕਰਦੀ ਹੈ, ਖਾਸ ਕਰਕੇ ਕਵਿਤਾ। ਅਤੇ ਜਿਹੜੀਆਂ ਦੂਜੇ ਹੁੰਦੀਆਂ ਰਾਜਸੀ, ਜਿਹੜੇ ਆਪਾਂ ਸੁਪਨੇ ਦਿਖਾਉਂਦੇ ਨਾ ਵਿਦਿਆਰਥੀਆਂ ਨੂੰ ਜਾਂ ਖਾਸ ਕਰਕੇ ਜਵਾਨਾਂ ਨੂੰ, ਜਿਹੜੇ ਲੀਡਰ ਨੇ, ਇਹ ਮਤਲਬ ਉਹਨਾਂ ਨੂੰ
ਅਸਲੀ ਇਜ਼ਮ ਪੜ੍ਹਾਉਣ ਦੀ ਬਜਾਏ ਉਹਨਾਂ ਨੂੰ ਹਥਿਆਰਾਂ ਦੇ ਨਾਲ ਜਿਹੜਾ ਹਥਿਆਰ ਵੀ ਜ਼ਰੂਰੀ ਨੇ, ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਬਹੁਤ ਜ਼ਰੂਰੀ ਨੇ ਜਦੋਂ ਤੁਸੀਂ ਗਰੀਲਾ ਯੁੱਧ ਲੜਦੇ ਆ। ਪਰ ਗਰੀਲਾ ਯੁੱਧ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਕੱਲੇ ਦੁਕੱਲੇ ਬਾਣੀਆਂ ਨੂੰ ਮਾਰ ਦਿਓ, ਦੁਕਾਨਦਾਰ ਨੂੰ ਮਾਰ ਦਿਓ ਵੀ ਇਹ ਕਾਂਗਰਸ ਦੇ ਨਾਲ ਆ ਜਾਂ ਇਹ ਅਕਾਲੀਆਂ ਦੇ ਨਾਲ ਆ ਜਾਂ ਇਹ ਤਾਂ ਇਹ ਮਤਲਬ ਇਹ ਸਾਮਰਾਜੀ ਬਣ ਗਿਆ। ਜੇ ਕਿਸੇ ਤੋਂ ਪਿੰਡਾਂ ਵਿੱਚ ਹੁਣ ਆਮ ਤੁਸੀਂ ਦੇਖਦੇ ਹੋਣੇ ਆ ਕਿ ਜੇ ਕੋਈ ਉਹਦੇ ਜੱਟ ਜ਼ਿਮੀਂਦਾਰ ਹੁੰਦੇ ਜਿਹਨਾਂ ਕੋਲ ਉਹਨਾਂ ਦਿਨਾਂ 'ਚ ਅਕਾਊਂਟ ਵੀ ਨਹੀਂ ਹੁੰਦੇ ਸੀ ਬੈਂਕਾਂ ਦੇ, ਕੋਆਪਰੇਟਿਵ ਬੈਂਕਾਂ ਹੁੰਦੀਆਂ ਸੀ, ਸ਼ਹਿਰਾਂ 'ਚ ਬੈਂਕਾਂ ਹੁੰਦੀਆਂ ਸੀ, ਉਹਨਾਂ ਦੀ ਪਹੁੰਚ ਵੀ ਨਹੀਂ ਹੁੰਦੀ ਸੀ ਉੱਥੇ ਕਰ ਜਾਣ ਦੀ। ਉਹ ਪਿੰਡ ਦੇ ਬਾਣੀਆਂ ਤੋਂ ਹੀ 150 ਰੁਪਏ ਜਾਂ 500 ਰੁਪਈਆ ਫੜ ਲੈਣਾ ਆਪਣੇ ਇੱਧਰ ਉੱਧਰ ਦੀਆਂ ਕੀਮਤਾਂ ਆਪਣੇ ਕਰਜ਼ਾਂ ਪੂਰੀਆਂ ਕਰਨ ਲਈ। ਅਤੇ ਉਹ ਹੁਣ ਮਾੜਾ ਮੋਟਾ ਜਿਹਨੇ ਦਿੱਤਾ ਉਹਨੂੰ ਵਿਆਜ ਵੀ ਲੈਂਦਾ ਸੀਗਾ ਅਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਵੀ ਸੂਦਖੋਰ ਨੇ ਜੀ, ਇਹ ਮਤਲਬ ਸਾਮਰਾਜ ਦਾ ਹਿੱਸੇ ਨੇ। ਮੈਂ ਕਹਿੰਦਾ ਉਹ ਸਮਝਦਾਰੀ ਨਹੀਂ ਸੀ ਗੱਲ। ਅਤੇ ਦੂਜਾ ਮਤਲਬ ਉੱਥੋਂ ਦੀ ਜਿਹੜੀ ਪੰਜਾਬ ਦੀ ਖਾਸ ਤੌਰ 'ਤੇ ਜਿਹੜੀ ਹੈਗੀ ਆ ਵੱਡੀ ਪੱਧਰ ਦੀ ਪੀੜ੍ਹੀ, ਵੱਡੇ ਲੋਕਾਂ ਦੀ ਜਿਹੜੀ ਉਹ ਧਾਰਮਿਕ ਬਹੁਤ ਹੈ। ਉਹ ਧਰਮ ਦੇ ਖਿਲਾਫ ਜਦੋਂ ਸਿੱਧੀ ਗੱਲ ਕਰਦੇ ਸੀ ਉਹਨਾਂ, ਜਦੋਂ ਆਪਾਂ ਵੀ ਬਾਲ ਕਟਾ ਕੇ ਸਿਗਟਾਂ ਉਹ ਲੈਨ ਕੱਟ ਰੱਖ ਕੇ ਸਿਗਟਾਂ ਦੀਆਂ ਧੂਆਂ ਛੱਡੀ ਜਾਣੇ, ਜਾ ਕੇ ਗੁਰਦੁਆਰਿਆਂ ਦੇ ਮੂਹਰੇ ਵੀ ਐਂ ਕਈ ਬੰਦੇ ਕਰਨ ਲੱਗ ਗਏ। ਮਤਲਬ ਉਹਦਾ ਵੀ ਬਹੁਤ ਨੁਕਸਾਨ ਹੋਇਆ, ਕਿਉਂਕਿ ਜਿਹੜੀ ਪੰਜਾਬ ਦੀ ਮਾਨਸਿਕਤਾ ਹੈ ਅਜੇ ਵੀ ਉਹਦੇ ਵਿੱਚੋਂ ਹਾਂ ਉਹਨਾਂ ਨੂੰ ਸਮਝਾਇਆ ਜ਼ਰੂਰ ਜਾ ਸਕਦਾ ਵੀ ਕੋਈ ਧਰਮ ਰੱਬ ਕੋਈ ਨਹੀਂ ਹੈਗਾ ਜਾਂ ਕਿੱਦਾਂ ਹੈਗਾ। ਹੌਲੀ ਹੌਲੀ ਉਹ ਦੁਨੀਆ ਵੱਧ ਵੀ ਰਹੀ ਹੈ ਇਸ ਪਾਸੇ। ਬਹੁਤੇ ਹੁਣ ਯੂਰਪੀਅਨ ਕੰਟਰੀ ਵਿੱਚ ਵੀ ਜਿਹੜੀ ਏਥੀਇਸਟ ਦੀ ਗਿਣਤੀ ਆ ਕਈ ਗੁਣਾ ਕਹਿੰਦੇ ਵੱਧ ਗਈ ਆ ਪਿਛਲੇ ਸਾਲ ਬੜੀ ਵੱਡੀ ਪੱਧਰ 'ਤੇ। ਉਹ ਪਰ ਸਮਝਾ ਕੇ ਗੱਲ ਕਰਦੇ ਨੇ, ਅਸੀਂ ਕਰਦੇ ਹਾਂ ਧੱਕੇ ਨਾਲ ਗੱਲ। ਇਹ ਘਾਤਕ ਸੀ, ਹਰ ਲਹਿਰ ਲਈ ਘਾਤਕ ਅੱਗੋਂ ਤੋਂ ਵੀ ਰਹੂਗੀ। ਹਾਲਾਂਕਿ ਅਮਰੀਕਾ ਵਿੱਚ ਕਮਿਊਨਿਸਟ ਹੋਣਾ ਇੱਕ ਪਾਪ ਸਮਝ ਜਾਂਦਾ, ਪਰ ਉੱਥੇ ਵੀ ਕਮਿਊਨਿਸਟ ਪਾਰਟੀ ਹੈਗੀ ਆ, ਪਰ ਹੈ ਕਾਗਜ਼ਾਂ ਵਿੱਚ ਹੀ। ਬਾਕੀ ਜਿਹੜਾ ਅਮਰੀਕਾ ਦਾ ਖੇਤਰਫਲ ਆ ਨਾ, ਉਹ ਜਿਓਗ੍ਰਾਫਿਕਲੀ ਉਹ ਇੰਨਾ ਵੱਡਾ ਆ, ਤੁਸੀਂ ਇੱਕ ਦੂਜੇ ਨੂੰ ਮਿਲਣ ਲਈ ਵੀ ਖਤ ਵੀ ਕਈ ਤੁਹਾਨੂੰ ਘੰਟੇ ਲੱਗ ਜਾਂਦੇ ਆ। ਤੇ ਤੁਹਾਨੂੰ ਪਤਾ ਹੈ ਕਾਰਲ ਮਾਰਕਸ ਨੇ 30-35 ਕੰਟਰੀਆਂ ਕਮਿਊਨਿਸਟ ਕੀਤੀਆਂ ਸੀ ਪਰ ਹੁਣ ਉਹਨਾਂ ਦਾ ਹੁਣ ਵੀ ਦੇਖੋ ਹਾਲ ਕੀ ਹੋ ਗਿਆ, ਕਿਉਂਕਿ ਉਹ ਲਾਗੂ ਨਹੀਂ ਹੋਇਆ ਜਿਹੜਾ ਇਜ਼ਮ ਜਿਹੜਾ ਸੀ ਅਸਲੀ। ਦਰਅਸਲ ਜਿਹੜੇ ਰੈੱਡ ਇੰਡੀਅਨ ਨੇ, ਰੈੱਡ ਇੰਡੀਅਨਸ ਨੂੰ ਉਹਨਾਂ ਨੇ ਇੰਨਾ ਮਤਲਬ ਸਹੂਲਤਾਂ ਦੇ ਦਿੱਤੀਆਂ ਉਹਨਾਂ ਨੂੰ ਨਿਚੋੜ ਕੇ ਰੱਖ ਦਿੱਤਾ ਕਿ ਉਹ ਗੱਲ ਕਰਨ ਨੂੰ ਤਿਆਰ ਹੀ ਨਹੀਂ। ਉਹ ਤਾਂ ਹੋਰ ਗੱਲ ਸੁਣਨ ਨੂੰ ਤਿਆਰ ਨਹੀਂ, ਉਹ ਤਾਂ ਬਸ ਆਪਣੀ ਦਾਰੂ ਕੱਢਦੇ ਨੇ, ਆਪਣੇ ਪੀ ਜਾਂਦੇ ਨੇ, ਆਪਣੇ ਉਹਨਾਂ ਹੈਗੇ ਨਾ ਕੋਈ ਟੈਕਸ ਦੇਣਾ ਨਾ ਕੁਛ ਦੇਣਾ, ਨਾ ਸਕੂਲ ਦੇ ਨਿਆਣੇ ਭੇਜਣੇ, ਪੀ ਕੇ ਸੁੱਤੇ ਰਹਿੰਦੇ ਨੇ ਸਾਰਾ ਦਿਨ, ਉਹ ਤਾਂ ਬਸ ਉੱਦੇ ਕਰੀ ਜਾਂਦੇ ਨੇ। ਅਤੇ ਤੁਸੀਂ ਉਹਨਾਂ ਨੂੰ ਮਤਲਬ ਇਹ ਬਹੁਤ ਲੰਬੀ ਲੜਾਈ ਹੈਗੀ ਆ। ਜਿਸ ਫੀਲਡ ਵਿੱਚ ਮੇਰਾ ਜ਼ਿਆਦਾ ਧਿਆਨ ਸੀ ਆਪਣੇ ਕਵਿਤਾ 'ਚ, ਮੈਂ ਉੱਥੋਂ ਦੇ ਹਾਲਾਤ ਜਿਹੜੇ ਹੈਗੇ ਆ ਕਵਿਤਾ 'ਚ ਬਿਆਨ ਕੀਤੇ ਨੇ। ਭਾਵੇਂ ਬਹੁਤ ਥੋੜ੍ਹਿਆਂ ਤੱਕ ਪਹੁੰਚੇ ਹੋਣਗੇ, 500 700 1000 ਕਿਤਾਬ ਛਪਾ ਕੇ ਤੁਸੀਂ ਕਿੰਨਿਆਂ ਨੂੰ ਬੰਦਿਆਂ ਨੂੰ ਤਿਆਰ ਕਰ ਸਕਦੇ ਹਾਂ। ਹੁਣ ਟਰੰਪ ਬਾਰੇ ਜਿਹੜੀਆਂ ਮੇਰੀਆਂ ਕਵਿਤਾਵਾਂ ਨੇ, ਆਉਣ ਤੋਂ ਪਹਿਲਾਂ ਮੈਨੂੰ ਉੱਥੇ PTC ਚੈਨਲ ਨੇ ਨਿਊਯਾਰਕ ਨੇ ਇੰਟਰਵਿਊ ਕੀਤੀ। ਉਹਦੇ ਵਿੱਚ ਮੈਨੂੰ ਪੁੱਛਿਆ ਵੀ ਤੁਸੀਂ ਟਰੰਪ ਦੇ ਖਿਲਾਫ ਕਵਿਤਾਵਾਂ ਲਿਖੀਆਂ, ਕੱਲ੍ਹ ਨੂੰ ਜੇ ਇਹਨੂੰ ਅੰਗਰੇਜ਼ੀ 'ਚ ਅਨੁਵਾਦ ਕਰਕੇ ਛਪਾ ਦਿੱਤਾ ਜਾਵੇ ਇੱਥੇ, ਤੁਹਾਨੂੰ ਡਰ ਨਹੀਂ ਲੱਗਦਾ ਵੀ ਉਹ ਤੁਹਾਨੂੰ ਟਰੰਪ? ਮੈਂ ਕਿਹਾ ਸਾਨੂੰ ਡਰ ਨਹੀਂ ਲੱਗਦਾ, ਪਰ ਮੈਨੂੰ ਪਤਾ ਉਹ ਕੁਛ ਕਰ ਸਕਦਾ। ਭਾਵੇਂ ਮੈਂ ਉੱਥੋਂ ਦਾ ਨਾਗਰਿਕ ਹੈਗਾ, ਉਹ ਜੇ ਕਿਸੇ ਨੂੰ ਵੀ ਚਾਹਵੇ ਤਾਂ ਉਹ ਮੁਲਕ ਤੋਂ ਬਾਹਰ ਕੱਢ ਸਕਦਾ। ਪਰ ਅਸੀਂ ਉੱਥੇ ਐਮਨੈਸਟੀ ਇੰਟਰਨੈਸ਼ਨਲ ਵੀ ਪੂਰੀ ਤਰ੍ਹਾਂ ਤਾਲਮੇਲ ਰੱਖਿਆ ਹੋਇਆ, ਜਿਹੜੇ ਐਂਟੀ ਹੇਟਡ ਗਰੁੱਪ ਨੇ ਉਹਨਾਂ ਨਾਲ ਵੀ ਰੱਖਿਆ ਹੋਇਆ, ਔਰ ਉਹ ਹਰ ਬੰਦੇ ਦੀ ਪਿੱਠ 'ਤੇ ਆਉਂਦੇ ਨੇ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਆ। ਮੈਂ ਕਿਹਾ ਵੀ ਡਰ ਨਹੀਂ ਲੱਗਦਾ ਹੈਗਾ, ਪਰ ਜੇ ਕਰੇ ਤਾਂ ਅਸੀਂ ਉਹਲੇ ਤਿਆਰ ਹੈਗੇ ਹਾਂ, ਔਰ ਸਾਡਾ ਹੱਕ ਵੀ ਬਣਦਾ ਹੈਗਾ। ਜੇ ਸਾਨੂੰ ਜੇ ਵੋਟ ਦਾ ਹੱਕ ਹੈਗਾ ਅਤੇ ਸਾਨੂੰ ਬੋਲਣ ਦਾ ਹੱਕ ਵੀ ਹੈਗਾ, ਅਤੇ ਅਤੇ ਲਿਖਣ ਦਾ ਹੱਕ ਵੀ ਹੈਗਾ, ਅਤੇ ਕਿਉਂ ਨਹੀਂ ਅਸੀਂ ਕਰ ਸਕਦੇ। ਬਾਕੀ ਉੱਥੇ ਹਾਲਾਤ ਇੱਦਾਂ ਦੇ ਨੇ, ਆਮ ਜਿਹੜਾ ਮਿਡਲ ਕਲਾਸ ਇੰਨੀ ਖੁਸ਼ ਹੈ ਅਤੇ ਉਹ ਮਤਲਬ ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ। ਅੱਜ ਕੋਈ ਉਸ ਪਾਸੇ ਜਾਂਦਾ ਨਹੀਂ। ਹਾਲਾਂਕਿ ਕੈਨੇਡਾ 'ਚ ਸਾਡੀ ਗਿਣਤੀ ਪੰਜਾਬੀਆਂ ਦੀ ਜਾਂ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਬਹੁਤ ਵੱਡੀ ਹੈ, ਔਰ ਸਾਡੇ ਇੱਥੋਂ ਹਰਜੀਤ ਦੌਧਰੀਆ ਵਰਗੇ ਜਿਹੜੇ ਬੰਦੇ ਨੇ ਐਕਟਿਵਿਸਟ ਵੀ ਨਹੀਂ। ਭਾਵੇਂ ਉਹ ਕਈ ਵਾਰੀ ਤਾਂ ਉਹ ਕਹਿੰਦੇ ਦੱਸਦੇ ਉੱਥੇ ਵੈਨਕੂਵਰ ਦੀਆਂ ਸੜਕਾਂ 'ਤੇ 5-5 ਬੰਦੇ 4-4 ਬੰਦੇ ਹੀ ਆਪਣੇ ਇਕੱਠੇ ਕਰਕੇ ਨਾਅਰੇ ਲਾ ਕੇ ਤੁਰੇ ਫਿਰਦੇ ਹੁੰਦੇ ਆ। ਅਤੇ ਉੱਥੇ ਵੀ ਉਸ ਵੇਲੇ ਜੋ ਨਕਸਲਵਾੜੀ ਮੂਵਮੈਂਟ ਸੀ, ਉਸ ਵੇਲੇ ਬਹੁਤ ਵੱਡਾ ਵਾਰ ਆਇਆ ਸੀਗਾ, ਖਾਸ ਕਰਕੇ ਕੈਨੇਡਾ 'ਚ। ਉੱਥੇ ਜਿਹੜੀ ਮਜ਼ਦੂਰਾਂ ਦੀ ਜਿਹੜੀ ਜਥੇਬੰਦੀ ਸੀ, ਪਰ ਉਹ ਜਦੋਂ ਇੱਕ ਧੜਾ ਸੀ ਹਰਦਿਆਲ ਬੈਂਸ ਦਾ, ਜਿਹੜਾ ਮਤਲਬ ਹਥਿਆਰਾਂ ਨਾਲ ਹੀ ਗੱਲ ਕਰਨੀ ਚਾਹੁੰਦਾ ਸੀ। ਉਹ ਦੂਸਰੀਆਂ ਜਿਹੜੀਆਂ ਸੰਸਥਾਵਾਂ ਸੀ, ਜਦੋਂ ਉਹ ਮੁਜ਼ਾਹਰੇ ਕਰਦੇ ਸੀ, ਆਪਣੇ ਪਾਰਕਾਂ ਥਾਣੀ ਲੰਘਦੇ ਸੀ, ਅਤੇ ਉਹਨਾਂ ਦੇ ਉੱਪਰ ਰੋਡਾਂ ਦੇ ਨਾਲ ਹਮਲੇ ਉਹਨਾਂ 'ਤੇ ਕਰਵਾਉਂਦਾ ਹੁੰਦਾ ਸੀ। ਅਤੇ ਬਾਅਦ 'ਚ ਫਿਰ ਕਿੱਦਾਂ ਉਹਦਾ ਕੀ ਹਾਲ ਹੋਇਆ, ਵੱਖਰਾ ਹਾਲ ਹੋਇਆ। ਜੋ ਇਹੋ ਜਿਹੇ ਬੰਦਿਆਂ ਦਾ ਹੁੰਦਾ ਹੈ ਉਹ ਦੱਸਣ ਦੀ ਲੋੜ ਨਹੀਂ ਇੱਥੇ, ਸ਼ਾਇਦ ਬਹੁਤੇ ਬੰਦੇ ਜਾਣਦੇ ਹੋਣਗੇ। ਅਤੇ ਇੱਕ ਵਾਰੀ ਅਨਵਰ ਹੌਕਸਾ ਜਿਹੜਾ ਸੀਗਾ, ਉਹ ਉਹਦੇ ਕੋਲ ਆ ਕੇ ਘਰ ਰਹਿ ਕੇ ਰਾਤ ਰਹਿ ਕੇ ਗਿਆ। ਉਹ ਵੀ ਅੱਤ ਪਾਸੇ ਦਾ ਹੁੰਦਾ ਸੀ, ਅਤੇ ਉਹ ਲੋਕਾਂ ਨੂੰ ਇਹੀ ਦੱਸ ਕੇ ਬੜਾ ਖੁਸ਼ ਹੁੰਦਾ ਵੀ ਅਨਵਰ ਹੌਕਸਾ ਮੇਰੇ ਕੋਲ ਰਹਿ ਕੇ ਗਿਆ ਹੈਗਾ। ਅਤੇ ਮਤਲਬ ਆਪਣੇ ਹੀ ਬੰਦਿਆਂ 'ਤੇ, ਉਹ ਵੀ ਇਨਕਲਾਬੀ ਬੰਦਿਆਂ 'ਤੇ ਜਿਹੜੇ ਬੰਦੇ ਹੁੰਦੇ, ਹਰਿੰਦਰ ਮਹਿਲ ਵਰਗੇ, ਹਰੀਸ਼ ਪੁਰੀ ਵਰਗੇ, ਉਹ ਅਗਵਾਈ ਕਰਦੇ ਹੁੰਦੇ ਸੀ। ਉਹਨਾਂ ਦੇ ਬੰਦੇ ਸੜਕਾਂ ਦੇ ਕੋਨਿਆਂ 'ਤੇ ਰੋਡ ਲੈ ਕੇ ਖੜੇ ਹੁੰਦੇ ਸੀ, ਲੋਹੇ ਦੇ ਰੋਡ ਮਾਰ ਕੇ ਭੱਜ ਜਾਂਦੇ ਹੁੰਦੇ ਸੀ।
ਮਤਲਬ ਅਸੀਂ ਜਿਹੜੀ ਖਾਸ ਕਰਕੇ ਪੰਜਾਬੀ ਜਿਹੜੇ ਬੰਦੇ ਨੇ, ਜਿਹੜੀ ਮਾਨਸਿਕਤਾ ਨਾਲ ਇੱਥੋਂ ਗਏ ਸੀ ਨਾ, ਉਹ ਮਾਨਸਿਕਤਾ ਅਸੀਂ ਉੱਥੇ ਲੈ ਕੇ ਵੀ ਅਜੇ ਤੱਕ ਵੀ ਬੈਠੇ ਹਾਂ। ਭਾਵੇਂ ਹੁਣ ਪਰ ਅਮਰੀਕਾ 'ਚ ਇਹ ਗੱਲ ਅਜੇ ਬਹੁਤ ਲੰਬੀ ਹੈਗੀ, ਜਦੋਂ ਕੋਈ ਇਹੋ ਜਿਹੀ ਕੋਈ ਲਹਿਰ ਬਣ ਸਕੇ, ਕੋਈ ਇੱਦਾਂ ਦੀ ਕੋਈ ਗੱਲ ਬਣ ਸਕੇ, ਮੈਨੂੰ ਲੱਗਦਾ। ਪਰ ਹਾਂ, ਸਾਹਿਤ ਦੇ ਖੇਤਰ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਧਰ ਸੁਖਵਿੰਦਰ ਕੰਬੋਜ ਹੋਰੀ ਤੇ ਕੁਲਵਿੰਦਰ ਹੋਰੀ, ਤੇ ਜਿੱਥੇ ਜਿੱਥੇ ਵੀ ਹੋਰ ਬੰਦੇ ਬੈਠੇ ਨੇ, ਮਤਲਬ ਇਸ ਪੱਧਰ ਤੇ ਲੋਕਾਂ ਨੂੰ, ਜਿਹੜੇ ਪੰਜਾਬ, ਖਾਸ ਕਰਕੇ ਪੰਜਾਬੀਆਂ ਨੂੰ, ਵੱਡੇ ਵੱਡੇ ਇਕੱਠ ਕਰਾ ਕੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕੁਛ ਮਸਲਿਆਂ ਦੇ ਨਾਲ ਸੰਬੋਧਿਤ ਹੋਈਏ। ਜਦੋਂ ਦੇਖੋ ਲਹਿਰਾਂ ਚੱਲਦੀਆਂ ਹੁੰਦੀਆਂ ਨਾ, ਕੁਝ ਕਵੀ ਤਾਂ ਉਹ ਹੁੰਦੇ ਆ ਜਿਹੜੇ ਲਹਿਰ ਨਾਲ ਸਿੱਧੇ ਤੌਰ ਤੇ ਜੁੜੇ ਹੁੰਦੇ ਆ, ਜਿਨ੍ਹਾਂ 'ਚ ਦਰਸ਼ਨ ਖਟਕੜ ਹੁਣ ਵੀ ਹੈਗਾ, ਪਾਸ਼ ਸੀਗਾ, ਲਾਲ ਸਿੰਘ ਦਿਲ ਸੀ, ਗੁਰਦੀਪ ਗਰੇਵਾਲ ਸੀ, ਚੰਦਨ ਸੀ, ਮੋਟੇ ਤੌਰ ਤੇ ਨਾਮ ਹੈ ਜਿਹੜੇ 5-7। ਇਹਨਾਂ ਨੂੰ ਉਹਨਾਂ ਦਿਨਾਂ 'ਚ ਪੰਜਾਬੀ ਆਪਣੇ ਨਕਸਲੀ ਕਵਿਤਾ ਦੇ 5 ਪੀਰ ਵੀ ਕਿਹਾ ਜਾਣ ਲੱਗ ਗਿਆ ਸੀਗਾ, ਕਿਉਂਕਿ ਮਤਲਬ ਵੱਡੇ ਪੱਧਰ ਤੇ ਇਹਨਾਂ ਨੇ ਕਵਿਤਾ ਲਿਖੀ, ਕਵਿਤਾ ਦੇ ਨਾਲ ਇਹਨਾਂ ਦਾ ਸੰਬੰਧ ਸੀ। ਪਰ ਇਹਨਾਂ ਨੇ ਕਵਿਤਾ ਨੂੰ ਲਾਊਡ ਹੋਣ ਤੋਂ ਬਚਾਇਆ। ਇਹਨਾਂ ਨੇ ਉਸ ਸਮੇਂ ਹੋਰ ਵੀ ਕਵਿਤਾ ਬਹੁਤ ਲਿਖੀ ਗਈ, ਜਿਹੜੀ ਸਿਆਸੀ ਕਵਿਤਾ ਆਪਾਂ ਕਹਿ ਸਕਦੇ ਹਾਂ, ਸਿਆਸੀ ਤਾਂ ਕਵਿਤਾ ਹੋਣੀ ਸੀ, ਪਰ ਉਹ 'ਚ ਜ਼ਿਆਦਾ ਲਾਊਡ ਜਿਹੜੀ ਆਪਣੇ ਸੀਗੀ, ਉਹ ਮਤਲਬ ਜਿਸ ਤਰ੍ਹਾਂ ਨਾਅਰੇ ਦੀ ਪੱਧਰ ਤੱਕ ਉੱਪਰ ਲੈ ਜਾਣਾ ਉਹਨੂੰ। ਹਾਲਾਂਕਿ ਸਲੋਗਨ ਵੀ ਕੋਈ ਮਾੜਾ ਨਹੀਂ ਹੁੰਦਾ, ਸਲੋਗਨ ਬਣਦਾ ਹੀ ਲਹਿਰਾਂ 'ਚੋਂ ਹੁੰਦਾ ਹੈ, ਪਰ ਕਵਿਤਾ ਵਿੱਚ ਜਿਹੜੀ ਤੁਹਾਨੂੰ ਲੋੜ ਹੁੰਦੀ ਹੈ ਨਾ, ਕਵਿਤਾ ਨੂੰ ਜਿਉਂਦਾ ਰੱਖਣ ਲਈ, ਕਵਿਤਾ ਨੂੰ ਲੰਮੇ ਸਮੇਂ ਤੱਕ ਪੜ੍ਹਨ ਵਾਲੀ ਬਣਾਉਣ ਲਈ, ਜਾਂ ਆਪਣੇ ਮਨ ਨੂੰ ਸਕੂਨ ਦੇਣ ਵਾਲੀ ਜਿਹੜੀ ਹੈਗੀ ਆ, ਉਸ ਵਿੱਚ ਤੁਹਾਨੂੰ ਕਵਿਤਾ ਨੂੰ ਕਾਵਿਕਤਾ ਵਿੱਚ ਹੀ ਬੰਨਣਾ ਰੱਖਣਾ ਪੈਂਦਾ, ਸਹਿਜ ਰੱਖਣਾ ਪੈਂਦਾ, ਉਹਦੇ ਵਿੱਚ ਸੋਚ ਦਾ ਵੀ ਖਿਆਲ ਰੱਖਣਾ ਪੈਂਦਾ, ਉਹਦੇ ਸਟਰਕਚਰ ਦਾ ਵੀ ਖਿਆਲ ਰੱਖਣਾ ਪੈਂਦਾ। ਅਦਰਵਾਈਜ਼ ਜਿਹੜੀ ਕਵਿਤਾ ਹੈਗੀ ਤੁਹਾਡੀ, ਜਿਹੜੀ ਅੱਜ ਲਿਖੀ ਆ, ਪਰਸੋਂ ਨੂੰ ਭੁੱਲ ਜਾਂਦੀ ਹੈ। ਤੇ ਉਹਨਾਂ ਦਿਨਾਂ 'ਚ ਬਾਕੀ ਦੂਜੀ ਗੱਲ, ਜਿਹੜੀ ਸਿਆਸੀ ਕਵਿਤਾ ਹੁੰਦੀ ਹੈ ਨਾ, ਉਹਦੇ ਵਿੱਚ ਕਈ ਵਾਰੀ ਤੁਹਾਡੀ ਇਹ ਲੋੜ ਬਣ ਜਾਂਦੀ ਆ ਕਿ ਇਹਨੂੰ ਥੋੜ੍ਹਾ ਜਿਹਾ ਆਪਣੇ ਵਿਚਾਰਧਾਰਾ ਨੂੰ ਪ੍ਰਗਟ ਕਰਨ ਦੇ ਲਈ ਇਹਨੂੰ ਉਸ ਪੱਧਰ ਤੱਕ ਲਿਆਇਆ ਜਾਵੇ, ਪਰ ਉਹਨੂੰ ਵੀ ਸਹਿਜ ਰੱਖਿਆ ਜਾ ਸਕਦਾ। ਇਹ ਮੈਂ ਮੰਨਦਾ। ਬਹੁਤੇ ਬੰਦੇ ਮੇਰਾ ਇਸ ਗੱਲ ਨਾਲ ਵਿਰੋਧ ਵੀ ਕਰਦੇ ਨੇ। ਮੈਂ ਚਾਹੁੰਦਾ ਵੀ ਉਹ ਸਿਆਸੀ ਕਵਿਤਾ ਨੂੰ ਵੀ, ਹੁਣ ਜਿਹੜੀ ਟਰੰਪ ਵਾਲੀ ਕਵਿਤਾ ਮੇਰੀ ਆ, ਮੈਂ ਤੁਹਾਨੂੰ ਮਾੜੀ ਜਿਹੀ ਸ਼ੇਅਰ ਵੀ ਕਰ ਦਿੰਦਾ, ਜਿਹੜੀ ਹੈਗੀ ਆ, ਕੁਝ ਨਾ ਕਹੋ, ਇਹ ਟਾਈਟਲ ਕਵਿਤਾ ਵੀ ਹੈਗੀ ਆ। ਤੁਸੀਂ ਕਿਵੇਂ ਆਪਣੇ ਕਰ ਸਕਦੇ ਹੋ ਜੇ ਕਰਨਾ ਚਾਹੋ, ਪਰ ਕਰੋ ਹੀ ਸਕਦਾ ਬੰਦਾ ਜਿਹੜਾ ਜ਼ਮੀਨੀ ਪੱਧਰ ਤੇ ਜੁੜਿਆ ਹੋਵੇ, ਨਾ ਕਿ ਸਿਰਫ ਤਤਕਾਲ ਵਿੱਚ ਲਿਖੀ ਹੋਈ ਉਹਨੂੰ ਰਚਨਾ ਬਣਾ ਦੇਵੇ। ਕਵਿਤਾ ਸੀ ਗਿਆ, ਕੁਝ ਨਾ ਕਹੋ, ਕੁਝ ਵੀ ਨਾ ਕਹੋ, ਬਹੁਤ ਰੁੱਝੀ ਹੋਈ ਹੈ ਸਰਕਾਰ। ਕਦੇ ਵਾਈਟ ਹਾਊਸ, ਕਦੇ ਕੈਪੀਟਲ ਹਿੱਲ, ਕਦੇ ਵਾਈਟ ਹਾਊਸ, ਕਦੇ ਕੈਪੀਟਲ ਹਿੱਲ ਵਿੱਚ ਹਿਲਜੁਲ ਕਰਨੀ ਹੈ। ਗਲੀਚੇ ਬਦਲਣੇ ਹਨ, ਰੰਗ ਰੋਗਨ ਕਰਨੇ ਹਨ, ਸੁਰੱਖਿਆ ਦਸਤਿਆਂ ਦੀ, ਸਟਾਫ ਦੀ ਜਾਂਚ ਪੜਤਾਲ ਕਰਨੀ ਹੈ। ਅਜੇ ਤਾਂ ਹੋਰ ਵੀ ਬੜਾ ਕਰਨਾ ਹੈ ਹਾਰ ਸ਼ਿੰਗਾਰ, ਬਹੁਤ ਰੁਝੇਵਿਆਂ ਵਿੱਚ ਹੈ ਸਰਕਾਰ। ਮੈਕਸੀਕੋ ਦੇ ਬਾਰਡਰ ਤੇ ਅਰਬਾਂ ਡਾਲਰ ਖਰਚ ਕੇ ਦਿਓ ਕਦ ਕੰਧ ਬਣਾਉਣੀ ਹੈ। ਇਮੀਗ੍ਰੇਸ਼ਨ ਵਿੱਚ ਤਬਦੀਲੀ ਲਿਆਉਣੀ ਹੈ, ਬਿਨ ਪੇਪਰਾਂ ਵਾਲਿਆਂ ਦੀ ਫੜੋ ਫੜਾਈ ਕਰਨੀ ਹੈ ਤੇ ਭੇਜਣਾ ਹੈ ਦੇਸ਼ੋਂ ਬਾਹਰ, ਬਹੁਤ ਰੁੱਝੀ ਹੋਈ ਹੈ ਸਰਕਾਰ। ਅਜੇ ਤਾਂ ਅਮੀਰਾਂ ਨੂੰ ਟੈਕਸਾਂ 'ਚ ਰਾਹਤ ਦੇਣੀ ਹੈ, ਕਾਰਪੋਰੇਸ਼ਨਾਂ ਦਾ ਰਿਣ ਚੁਕਾਉਣਾ ਹੈ। ਇੰਜ ਕਰਕੇ ਹੀ ਤਾਂ ਮੁਲਕ ਨੂੰ ਮੁੜ ਤੋਂ ਅਮੀਰ ਬਣਾਉਣਾ ਹੈ। ਗਰੀਬ ਜੇ ਭੁੱਖਾ ਮਰਦਾ ਹੈ ਤਾਂ ਮਰੀ ਜਾਵੇ, ਕੀ ਕਰੇ ਵਿਚਾਰੀ, ਇਹ ਨਹੀਂ ਉਹਦਾ ਕਾਰੋਬਾਰ, ਬਹੁਤ ਰੁੱਝੀ ਹੋਈ ਹੈ ਸਰਕਾਰ। ਨਸਲੀ ਗਰੁੱਪਾਂ ਦੀ ਪਿੱਠ ਥਾਪੜਨੀ ਹੈ, ਰੰਗ ਭੇਦ ਨੂੰ ਤਕੜਿਆਂ ਕਰਨਾ ਹੈ, ਦੰਗੇ ਕਰਾਉਣੇ ਨੇ, ਬੰਦੇ ਮਰਾਉਣੇ ਨੇ, ਬਸ ਉਮਰ ਕੀ ਹੈ ਇਸ ਦੀ, ਸਿਰਫ ਸਾਲ 4, ਸੋ ਅਜੇ ਕੁਝ ਨਾ ਕਹੋ, ਬਹੁਤ ਰੁੱਝੀ ਹੋਈ ਹੈ ਸਰਕਾਰ। ਹਾਂ, ਜੇ ਹੋਰ ਕੋਈ ਸਵਾਲ ਹੈਗਾ ਤਾਂ ਆਪਾਂ ਜਿਵੇਂ ਦੋਵੇਂ ਲਹਿਰਾਂ ਉੱਠੀਆਂ, ਪਹਿਲਾਂ ਨਕਸਲ ਵਾਲੀ ਤੇ ਬਾਅਦ ਚ ਸਿੱਖੀ, ਇਹਦੇ ਤੁਸੀਂ ਕੀ ਸਮਝਦੇ ਹੋ, ਕੀ ਕਾਰਨ ਨੇ ਕਿ ਜਿਹੜਾ ਸਾਡੀ ਨੌਜਵਾਨੀ ਸੀ ਵੀ ਉਹ ਇੱਕ ਵਾਰੀ ਉਲਾਰ ਹੋ ਕੇ ਉਧਰ ਨੂੰ ਤੁਰ ਪਈ ਤੇ ਫਿਰ ਚੰਦ ਮਹੀਨਿਆਂ 'ਚ ਹੀ ਉਲਾਰ ਹੋ ਕੇ ਭੱਜ ਵੀ ਗਈ, ਸਾਰੀ ਬਾਹਰ ਤੁਰ ਗਈ। ਜਿਹੜੇ ਉਧਰ ਉਲਾਰ ਸੀਗੇ ਉਹ ਤੁਰ ਕੇ, ਇਹ ਮਤਲਬ ਨੌਜਵਾਨੀ ਦਾ ਕੀ ਆਪਸੀ ਦਵੰਦ ਕੀ ਸੀ, ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵੀ ਕਿਉਂ ਇਦਾਂ ਹੋਇਆ? ਜਿਵੇਂ ਜਿਹੜੇ ਕਿੰਨੇ ਸਾਰੇ ਉਸ ਲਹਿਰ ਵਾਲੇ ਸੀ ਖੱਬੇ ਪੱਖੀ, ਉਹ ਜਾ ਕੇ ਅਮਰੀਕਾ 'ਚ ਹੀ ਅਮੀਰ ਹੋਏ, ਜਿਹਨੂੰ ਗਾਲਾਂ ਕੱਢਦੇ ਰਹੇ ਉੱਥੇ ਜਾ ਕੇ ਉਹ ਅਮੀਰ ਹੋਏ। ਤੇ ਇਸੇ ਤਰ੍ਹਾਂ ਹੀ ਬਾਅਦ ਵਾਲੀ ਲਹਿਰ ਦਾ, ਇਹ ਪੰਜਾਬੀ ਨੌਜਵਾਨੀ ਦੇ ਵਿੱਚ ਕਿਸ ਤਰ੍ਹਾਂ ਦਾ ਦਵੰਦ ਹੈ? ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਇਹਦਾ ਦੋਸ਼ੀ ਹੈਗਾ, ਉਹ ਹੈਗਾ ਸਿਸਟਮ ਇੱਥੋਂ ਦਾ, ਕਿਸੇ ਵੀ ਮੁਲਕ ਦਾ ਸਿਸਟਮ। ਜਦੋਂ ਕੋਈ ਲਹਿਰ ਉੱਠਦੀ ਆ, ਜਦੋਂ ਕਰਦੇ ਆ, ਸਿਸਟਮ ਨੇ ਮਤਲਬ ਇਸ ਤਰ੍ਹਾਂ ਦਾ ਪਾੜਾ ਵਧਾ ਦਿੱਤਾ ਕਿ ਵਿਦਿਆਰਥੀ ਹੁਣ MA ਦੀਆਂ, MPhil ਦੀਆਂ, PhD ਦੀਆਂ ਡਿਗਰੀਆਂ ਝੋਲੇ 'ਚ ਪਾਈ ਫਿਰਦੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ ਲੱਭ ਰਹੀਆਂ। ਨਹੀਂ, ਉਹ ਸਿਸਟਮ ਨੂੰ ਤਾਂ ਚਲੋ ਅਸੀਂ ਦੋਸ਼ ਦਿੰਦੇ ਹਾਂ, ਪਰ ਨਿੱਜੀ ਤੌਰ ਤੇ ਅਸੀਂ ਜਿਹਨੂੰ ਗਾਲਾਂ ਕੱਢਦੇ ਰਹੇ ਅਸੀਂ ਉਹਦੇ ਹੀ ਹੋ ਗਏ।
ਇਹ ਤਾਂ ਸਿਸਟਮ ਨੇ ਨਹੀਂ ਆਖਿਆ ਵੀ ਉਹਦੇ ਉਹ ਉਹ ਵੀ ਗਾਲਾਂ ਕੱਢਣੀਆਂ। ਮੈਂ ਕਹਿੰਦਾ ਇਹ ਔਰ ਗਏ ਵੀ ਉਹਨਾਂ ਮੁਲਕਾਂ ਦੇ ਵਿੱਚ ਗਏ ਵੀ ਉਹਨਾਂ ਮੁਲਕਾਂ 'ਚ। ਜਿਨ੍ਹਾਂ ਤੇ ਅਟੈਕ ਕਰਦੇ ਨੇ। ਉਹ ਦਰਅਸਲ ਅਸੀਂ ਸਵਾਲ ਪੁੱਛਿਆ ਸੀ ਤੁਸੀਂ ਉੱਥੇ ਜਾ ਤੁਹਾਨੂੰ ਮੈਂ ਪੁਆਲਾ ਤਾਂ ਨਹੀਂ ਤੁਹਾਨੂੰ ਆਇਆ ਕਿ ਇੱਥੇ ਪਿਆ ਫਿਰ ਕੰਮ ਸ਼ੁਰੂ ਤੇ ਮੈਂ ਤੁਹਾਨੂੰ ਗੱਲ ਦੇਣਾ ਜਵਾਬ ਦੇਣਾ ਵੀ ਦਰਅਸਲ ਅਸੀਂ ਉਹਨਾਂ ਮੁਲਕਾਂ ਨੂੰ ਉਦੋਂ ਸਮਝਦੇ ਨਹੀਂ ਸੀ। ਉਹ ਮੁਲਕ ਜਿਹੜੇ ਹੈਗੇ ਆ, ਉਹਨਾਂ ਦੇ ਹਰ ਮੁਲਕ ਵਿੱਚ ਹਰ ਬੰਦਾ ਨਹੀਂ ਮਾੜਾ ਹੁੰਦਾ, ਉਹ ਸਿਸਟਮ ਹੀ ਉੱਥੋਂ ਦਾ ਮਾੜਾ ਹੁੰਦਾ ਜਿਹੜਾ। ਹੁਣ ਬਹੁਤੇ ਬੰਦੇ ਜਦੋਂ ਆਪਾਂ ਕਹੀ ਜਾਂਦੇ ਕੋਈ ਅਮਰੀਕਨ ਆ ਜਾਵੇ, ਈਵਨ ਮੈਨੂੰ ਯਾਦ ਆ ਪਿਆ ਉਹਨਾਂ ਦਿਨਾਂ 'ਚ ਸਾਡੇ ਪਿੰਡ ਇੱਕ ਮੇਲਾ ਲੱਗਦਾ ਹੁੰਦਾ ਸੀ, ਉੱਥੇ 10-12 ਪਿੰਡਾਂ ਦੇ ਵਿਸਾਖੀ ਤੇ ਉਹਨਾਂ ਇਕੱਠੇ ਹੁੰਦੇ ਜੀ। ਉੱਥੇ ਇੱਕ ਅਮਰੀਕਨ ਜੋੜਾ ਆ ਗਿਆ ਸਾਡੇ ਫਗਵਾੜੇ ਲਾਗੇ ਪਿੰਡ ਇੱਕ ਪਲਾਹੀ ਆ, ਉੱਥੇ ਬਹੁਤ NRIs ਬਹੁਤ ਗਏ ਹੋਏ ਸੀਗੇ। ਉਹਨਾਂ ਨੂੰ ਕੋਈ ਮਿਲਣ ਵਾਲਾ ਕਿਹਾ ਵੀ ਸਾਡੇ ਪਿੰਡ 'ਚ ਆ, ਉਹ ਨਹੀਂ ਕਿਹਾ ਵੀ ਯਾਰ ਇੱਥੇ ਮੇਲਾ ਵੀ ਲੱਗਦਾ ਹੈ। ਤੇ ਉਹਨਾਂ ਜਦ ਅਸੀਂ ਮਤਲਬ ਪਾਰਟ 1 ਜਾਂ ਪਾਰਟ 2 'ਚ ਹੁੰਦੇ, ਅਸੀਂ ਉਹਨੂੰ ਘੇਰ ਲਿਆ, ਤੂੰ ਤਾਂ ਸਾਮਰਾਜੀ ਬੰਦਾ ਹੋਵੇ, ਤੂੰ ਸਾਡੇ ਪਿੱਛੇ ਮੁਲਕ 'ਚ ਕੀ ਕਰਨ ਆਇਆ, ਤੂੰ ਕਿੱਦਾਂ ਕਰਿਆ। ਉਹ ਕਹੇ ਭਰਾ ਮੈਂ ਤਾਂ ਸਧਾਰਨ ਬੰਦਾ, ਮੈਂ ਨਹੀਂ ਹੈਗਾ, ਮੇਰਾ ਕੋਈ ਕਸੂਰ ਨਹੀਂ। ਅਸੀਂ ਉਹਨੂੰ ਨਹੀਂ ਕਿਹਾ ਤੂੰ ਅਮਰੀਕਾ ਤੂੰ ਇੱਥੇ ਆ ਗਿਆ ਨਾ, ਆ ਗਿਆ ਤੇ ਸਾਡੀ ਤਾਂ ਲੜਾਈ ਤੇਰੇ ਨਾਲ ਆ। ਮਤਲਬ ਉਹਨਾਂ ਦਿਨਾਂ 'ਚ ਕੋਈ ਉਹਨਾਂ ਨੂੰ ਨੌਜਵਾਨਾਂ ਨੂੰ ਇਹ ਸਮਝਾਇਆ ਨਹੀਂ ਜਾਂਦਾ ਹੁੰਦਾ ਕਿ ਕੋਈ ਹਰ ਮੁਲਕ ਦੇ, ਹੁਣ ਪਾਕਿਸਤਾਨ ਸਾਰਾ ਤਾਂ ਨਹੀਂ ਮਾੜਾ ਹੈਗਾ, ਚੀਨ ਸਾਰਾ ਤਾਂ ਨਹੀਂ ਮਾੜਾ ਹੋ ਸਕਦਾ, ਜਾਂ ਹੋਰ ਕੋਈ ਕੈਨੇਡਾ ਸਾਰਾ ਤਾਂ ਨਹੀਂ ਮਾੜਾ ਹੋ ਸਕਦਾ। ਕੈਨੇਡਾ ਵਿੱਚ ਵੀ ਕੈਨੇਡੀਅਨ ਲੋਕ ਕੈਨੇਡੀਅਨ ਗਵਰਨਮੈਂਟ ਦੇ ਲੜਦੇ ਖਿਲਾਫ ਲੜ ਰਹੇ ਆ। ਅਮਰੀਕਾ ਵਿੱਚ ਵੀ ਆਪਣੇ ਭਾਵੇਂ ਦੋ ਮੁੱਖ ਪਾਰਟੀਆਂ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਆ, ਉੱਥੋਂ ਦੇ ਲੋਕ ਵੀ ਉੱਥੋਂ ਦੀਆਂ ਸਰਕਾਰਾਂ ਦੀ ਜਿਹੜੀ ਆਪਣੇ ਖਿਲਾਫ ਆਵਾਜ਼ ਉੱਠ ਚੁੱਕਦੇ ਹੈਗੇ ਆ। ਆਪਾਂ ਤੇ ਵਿੱਚ ਉਦੋਂ ਇੰਜ ਬਣਿਆ ਸੀ, ਜੇ ਹਾਏ ਜੇ ਅਮਰੀਕਾ ਚਲ ਗਿਆ ਤਾਂ ਉਹ ਤਾਂ ਬਸ ਆਪਾਂ ਸਾਰਾ ਸਾਮਰਾਜੀ ਅਸੀਂ ਵੀ ਹੋ ਗਏ, ਜਾਂ ਕੈਨੇਡਾ ਚਲ ਗਿਆ ਤਾਂ ਅਸੀਂ ਵੀ ਸਾਰੇ ਹੋ ਗਏ। ਮਤਲਬ ਸਾਨੂੰ ਸਮਝਾਇਆ ਹੀ ਇਸ ਤਰ੍ਹਾਂ ਪਾਇਆ ਗਿਆ ਸੀਗਾ। ਤੇ ਜਾਂ ਜਿੱਦਾਂ ਹੁਣ ਜਿਵੇਂ ਆਪਾਂ ਨੂੰ ਕਹਿੰਦੇ ਜੇ ਤੁਸੀਂ ਗੁਰਦੁਆਰੇ ਵਰਗੇ ਤੁਸੀਂ ਤਾਂ ਕਮਿਊਨਿਸਟ ਨਹੀਂ ਰਹਿਣਾ। ਤੇ ਗੁਰਦੁਆਰੇ, ਹਾਲਾਂਕਿ ਮੈਂ ਸਮਝਦਾ ਕਿ ਗੁਰਦੁਆਰੇ ਅਸੀਂ ਪਲੇਟਫਾਰਮ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ, ਉੱਥੋਂ ਦੇ ਲੋਕਾਂ ਵਿੱਚ ਘੁਲ ਮਿਲ ਕੇ ਉਹਨਾਂ ਦੇ ਲੋਕਾਂ ਦੇ ਵਿੱਚੋਂ ਕੁਝ ਕੱਢ ਸਕਦੇ ਹਾਂ। ਜਿਹੜੇ ਬੰਦੇ ਸਾਡੇ ਜਿੱਥੇ ਸਾਡੀ ਵਿਚਾਰਧਾਰਾ ਦੇ ਨਹੀਂ ਹੈਗੇ, ਉਹਨਾਂ ਬੰਦਿਆਂ ਵਿੱਚੋਂ ਵੀ ਬੰਦੇ ਤਿਆਰ ਕੀਤੇ ਜਾ ਸਕਦੇ। ਗਦਰੀ ਬਾਬਾ ਨੇ ਕੀਤਾ। ਈਵਨ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਦੱਸਾਂ, ਜਦੋਂ ਅਸੀਂ ਅੰਡਰਗਰਾਊਂਡ ਹੋਏ ਆਪਣੇ ਐਮਰਜੈਂਸੀ ਲੱਗਣ ਤੇ ਸਾਡੇ ਕਾਮੜ ਹੁੰਦੇ ਸੀ ਬੰਦ ਸਿੰਘ ਮਾਣੂਕੇ, ਬਾਅਦ 'ਚੋਂ ਪੂਰੇ ਹੋ ਗਏ। ਤੇ ਉਹਨਾਂ ਦੀ ਬਲਵੰਤ ਰਾਮੂ ਵਾਲਿਆਂ ਨਾਲ ਬਹੁਤ ਜਾਰੀ ਸੀ, ਕਿਉਂਕਿ ਪਿੰਡ ਵੀ ਗੁਆਂਢੀ ਸੀ ਉਹਨਾਂ ਦੇ। ਤੇ ਬਲਵੰਤ ਰਾਮੂ ਵਾਲੀ ਉਹਨਾਂ ਦਿਨਾਂ 'ਚ ਥੋੜ੍ਹਾ ਜਿਹਾ ਗਰਮ ਖਿਆਲੀ ਸਮਝਿਆ ਜਾਂਦਾ ਹੁੰਦਾ ਸੀ। ਤੇ ਇਹਨਾਂ ਦੇ ਨਾਲ ਉਹਦੇ ਕਰਕੇ ਉਹਨਾਂ ਸਾਨੂੰ ਇੱਕ ਲੈਟਰ ਲਿਖਾ ਦਿੱਤਾ। ਮੋਹਨ ਸਿੰਘ ਧੌੜ ਸੀ ਉਦੋਂ ਪ੍ਰਧਾਨ, ਤੇ ਇਹ ਬਹੁਤ ਨੇੜੇ ਸੀ ਬਲਵੰਤ ਸਿੰਘ ਰਾਮੂ ਵਾਲੇ ਉਹਨਾਂ ਦੇ। ਇੱਕ ਸਾਨੂੰ ਆਥੋਰਾਈਜੇਸ਼ਨ ਲੈਟਰ ਲਿਖ ਦਿੱਤਾ ਉਹਦੇ ਦਸਤਖਤਾਂ ਥੱਲੇ ਵੀ ਅਸੀਂ ਕਿਸੇ ਵੀ ਗੁਰਦੁਆਰੇ 'ਚ ਰਾਤ ਰਹਿ ਸਕਦੇ ਹਾਂ। ਉਹਨਾਂ ਸਾਨੂੰ ਆਪਣਾ ਵੱਖਰਾ ਕਮਰਾ ਦੇਣਗੇ, ਰੋਟੀ ਪਾਣੀ ਦਾ ਪ੍ਰਬੰਧ ਕਰਨਗੇ, ਔਰ ਤੁਸੀਂ ਉੱਥੇ ਇਹ ਨਾ ਸ਼ੋਅ ਕਰਿਆ ਵੀ ਅਸੀਂ ਇੱਥੇ ਆਪਣੇ PSU ਦੀ ਮੀਟਿੰਗ ਕਰਦੇ ਹਾਂ। ਅਸੀਂ ਪਿਛਲੇ 5-6 ਮਹੀਨੇ ਇੱਦਾਂ ਮੀਟਿੰਗਾਂ ਕੀਤੀਆਂ ਵੱਡੇ ਗੁਰਦੁਆਰਿਆਂ 'ਚ, ਜਿੰਨੇ ਵੀ ਜਿੱਤੇ ਜਿਸ ਜ਼ਿਲ੍ਹੇ 'ਚ ਵੀ ਹੋਣੇ, ਉੱਥੇ ਉਹ ਲੈਟਰ ਦਿਖਾ ਦੇਣਾ ਉਹਨਾਂ ਦੇ ਮੈਨੇਜਰ ਨੂੰ, ਤੇ ਉਹਨੇ ਮਤਲਬ ਇਸੇ ਤਰ੍ਹਾਂ ਅਸੀਂ ਹੁਣ ਉੱਥੇ ਅਮਰੀਕਾ ਵਿੱਚ ਵੀ ਜਿਹੜੇ ਹੁਣ ਜਿੱਥੇ ਸਾਡੀ ਵਿਚਾਰਧਾਰਾ ਵਾਲੇ ਬੰਦੇ ਤਾਂ ਬਹੁਤ ਆਟੇ 'ਚ ਲੂਣ ਬਰਾਬਰ ਨੇ। ਹੁਣ ਅਸੀਂ ਇੱਕ ਪ੍ਰੋਗਰਾਮ ਲਿਖਿਆ ਉੱਥੇ ਬਾਲਟੀਮੋਰ 'ਚ ਆਪਣੇ ਜਲ੍ਹਿਆਂਵਾਲੇ ਬਾਗ ਦੀ ਸ਼ਤਾਬਦੀ ਮਨਾਉਣ ਦਾ। ਤੇ ਹੁਣ ਗੁਰਦੁਆਰਿਆਂ 'ਚ ਬੰਦੇ ਤੁਹਾਨੂੰ ਆਮ ਮਿਲ ਜਾਂਦੇ ਨੇ। ਅਸੀਂ ਉੱਥੇ ਬੰਦਿਆਂ ਨੇ ਇੱਕ ਪੰਜਾਬੀ ਸੱਥ ਬਣਾ ਕੇ ਇਸ ਤਰ੍ਹਾਂ ਦੇ ਬਣਾ ਕੇ ਉਹਨਾਂ ਨੇ ਉੱਥੇ ਉਹਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੀ ਮੀਟਿੰਗ ਇੱਕ ਵੱਖਰੀ ਪੰਜਾਬੀ ਸੱਥ 'ਚ ਬਣਾ ਕੇ ਕੀਤੀ ਜਾਵੇ। ਉਹਨਾਂ ਦੇ ਹੁਣ ਮੈਨੂੰ ਕੱਲ੍ਹ ਹੀ ਤੋਂ ਮਾਸਟਰ ਧਰਮਪਾਲ ਲੋਕੀ ਜਿਹੜੇ ਪਾਸ ਦੇ ਨਜ਼ਦੀਕੀ ਰਹੇ ਆ, ਉਹ ਕੱਲ੍ਹ ਹੀ ਉਹਨਾਂ ਦਾ ਫੋਨ ਆਇਆ ਵੀ 30 ਬੰਦਿਆਂ ਦੀ ਇੱਕ ਕਮੇਟੀ ਬਣਾ ਲਈ ਉਹਨਾਂ ਨੇ, ਵੀ ਆਪਣਾ 200-250 ਬੰਦਾ ਉੱਥੇ ਆਰਾਮ ਨਾਲ ਅਸੀਂ ਗੁਰਦੁਆਰਿਆਂ 'ਚੋਂ ਕੱਢ ਕੇ ਤੇ ਉੱਥੇ ਜਲ੍ਹਿਆਂਵਾਲੇ ਬਾਗ ਦੀ ਬਰਿਆਮ ਸੰਧੂ ਨੂੰ ਅਸੀਂ ਟੋਰਾਂਟੋ ਤੋਂ ਬੁਲਾ ਰਹੇ ਹਾਂ, ਅੰਦਰ ਪ੍ਰੋਫੈਸਰ ਨਰਿੰਜਨ ਢੇਸੀ ਨੂੰ, ਉਹ ਵੀ ਇੰਡੀਆਨਾ 'ਚ ਨੇ, ਉੱਥੇ ਖਾਲਸਾ ਕਾਲਜ ਜਲੰਧਰ ਵਾਲੇ, ਉਹਨਾਂ ਨੂੰ ਬੁਲਾ ਰਹੇ ਹਾਂ। ਤੇ ਇੱਕ ਪਾਸੜ ਸੋਚ ਸੀ ਉਦੋਂ ਸਾਡੀ ਧਰਮ ਬਾਰੇ ਜਾਂ ਦੂਜਿਆਂ ਬਾਰੇ। ਇਹ ਮੇਰੀ ਰਾਏ ਆ।